पई अकाल की, कब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो। गुरुआं अते शहीदां दा तुसीं सारे ही सत्कार करो। सब तेरी वड्याई कोई नाहु ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਪ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 17 ਮਾਘ ਸੰਮਤ 553 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 30 ਜਨਵਰੀ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਤੇ ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
ਜਾਗੇ ਕੀਰਤਨ ਹਰ ਧੁਨੀ ਜਾਗੇ ਕੀਰਤਨ ਹਰ ਧੁਨੀ ਜਾਗੇ ਕੀਰਤਨ ਹਰ ਧੁਨੀ ਤ੍ਰੇਤਾ ਕੇ ਬਸੰਤ ਗਣੀ ਤ੍ਰੇਤਾ ਕੇ ਬਸੰਤ ਤਾਕੇ ਬਸੰਤ ਗ੍ਰਹਿ ਤਾਕੇ ਬਸੰਤ ਗਣੀ ਹਰ ਹਰ ਨਾਮ ਜਪੰਤਿਆ ਕਛ ਨਾ ਕਹੈ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਹੈ ਮਿਲੇ ਗੋਪਾਲ ਹਰ ਨਾਮ ਤੇ ਆਏ ਨੇ ਉਹ ਰੇ ਭਾਈ ਕਰਮ ਲਗਤ ਪਾਈਐ ਇਹ ਰੁਖ ਸਹਾਈ ਮੰਤਰ ਅੰਤਰ ਪਾਉਣ ਮੌਲੇ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨ ਤਾਈ ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨ ਬਸੰਤ ਕੀ ਵਾਰ ਮਹਲ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ ਕਰਮ ਖੰਤੈ ਪਾਈਐ ਰੁਤ ਸਹਾਏ ਵਾਂਤਰਨ ਤਰੇ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸਭ ਛਾਏ ਨਾਨਕ ਸਿਮਰੈ ਇਕ ਨਾਮ ਫਿਰ ਬੋੜ ਨ ਕਾਈ ਨਾਨਕ ਸਿਮਰੈ ਇਕ ਨਾਮ ਫਿਰ ਬੋੜ ਨ ਕਾਈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜੈ ਅਹੰ ਮੇਵ ਨਾਨਕ ਪ੍ਰਭ ਸਰਨਾਗਤੇ ਹਰ ਪ੍ਰਸਾਦ ਗੁਰ ਦੇ ਪੰਜ ਪਦ ਮਹਾਬਲੀ ਕਰ ਸਕਰੋ ਆਪਣੇ ਚਰਨ ਪਾਏ ਦਈਓ ਖੜੋ ਆਰੋਗ ਸੁਖ ਸਭ ਸੇ ਮਿਟ ਕੇ ਨਿਤ ਨ ਮਨ ਰੋਆ ਫਿਰ ਪਾਇ ਨਾ ਪੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚੰਜ ਪਾਇਨ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਾਮ ਰੋਆ ਦਿਨ ਰਹਿ ਨਾਮ ਤੇ ਆਇਂਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਏ ਫਿਰ ਹੋਆ ਜਿਸ ਤੇ ਉਪਜਿਆ ਨਾਨਕਾ ਸੋਏ ਫਿਰ ਹੋਆ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਅਬ ਅੰਤਕ ਬਦੈ ਨਾ ਸਲ ਤਾਵ ਅਗੇ ਅੰਤਕ ਬਦੈ ਨਾ ਸਲ ਤਾਵ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਤੂੰ
ਸਤਿਗੁਰ ਜਹਾਂ ਜੁਗੀ ਆਪ ਆਪੇ ਪਰਮੇਸ਼ਰ ਤੂੰ ਸਤਿਗੁਰ ਜਹਾਂ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸਿਮੰਤ ਤੁਰੈ ਤੁਰ ਅੰਤਕ ਬਦੈ ਨਾ ਸਲ ਤਵ ਅੰਤਕ ਬਦੈ ਨਾ ਸਲ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਆਦਿ ਜੁਗਾਦਿ ਅਨਾਦਿ ਕਲਾਕਾਰੀ ਤ੍ਰਿਹੁ ਲੋਹ ਹੈ ਅਗਮ ਨਿਗਮ ਉਦਰਨ ਜਰਾ ਜੰਮੇ ਆਰੋ ਹੈ ਅਗੰਤਕ ਬਦੈ ਨਾ ਸਲ ਕਵ ਅਗੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਗੁਰ ਅਮਰਦਾਸ ਥਿਰ ਥਪਿਆ ਪਰਗਾਮੀ ਤਾਰਨ ਤਰਨ ਅਗੰਤਕ ਬਦੈ ਨਾ ਸਲ ਕਾਵਿ ਗੁਰ ਰਾਮਦਾਸ ਤੇਰੀ ਸਰਨ ਅਗੰਤਕ ਬਦੈ ਨਾ ਸਲ ਕਵ ਅਗੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਗੁਰ ਰਾਮਦਾਸ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਤੇਰੀ ਸਰਨ ਚਰਨ ਕਮਲ ਹੁਣ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ। ਜੇਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ। ਮਰ ਜੰਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ। ਜੇਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ। ਮਰ ਜੰਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਾਮਪੁਰ ਬੱਧੇ ਮਾਰੀਆ ਹੈ। ਮੋਹਿ ਕਾਲ ਉਠ ਜਾਹੇ। ਮਹੱਲਾ ਤੀਜਾ। ਇਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ। ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਨ ਆਪਣਾ। ਕੁਲ ਕਾ ਕਰਨ ਉਦਾਰ। ਪੌੜੀ ਆਪੇ ਚਾਟ ਸਾਲ ਆਪ ਹੈ ਪਾਧਾ। ਆਪੇ ਚਾਟੜੇ ਪੜਨ ਕਉ ਆਣੇ। ਆਪੇ ਪਿਤਾ ਮਾਤਾ ਹੈ ਆਪੇ। ਆਪੇ ਬਾਲਕ ਕਰੇ ਸਿਆਣੇ। ਇਕ ਥੈ ਪੜ ਬੁੱਝੈ ਸਭ ਆਪੇ। ਇਕ ਥੈ ਆਪੇ ਕਰੇ ਏਆੜੇ। ਇਕ ਨਾ ਅੰਦਰ ਮਹਿਲ ਬੁਲਾਏ। ਜਾ ਆਪ
ਸੱਚੇ ਭਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ। ਸੇ ਜਾਨ ਸੱਚੀ ਦਰਗਹ ਜਾਣੇ। ਇਕ ਨਾ ਅੰਦਰ ਮਹਿਲ ਬੁਲਾਏ। ਜਾ ਆਪ ਤੇਰਾ ਮਨ ਸੱਚੇ ਭਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ। ਸੇ ਜਾਨ ਸੱਚੀ ਦਰਗਹ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ। ਜੇਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ। ਮਰ ਜੰਮਹਿ ਆਵਹਿ ਜਾਹੇ। ਰਾਗ ਬਿਹਾਗੜਾ ਦੀਵਾਰ। ਪੌੜੀ 11ਵੀਂ। ਸ਼ਲੋਕਾਂ ਨਾਲ। ਹੁਣੇ ਅਸੀਂ ਸੁਣਿਆ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ, ਜਿਹੜੀ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ ਹਾਸਲ ਕੀਤੀ ਹੈ, ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਅੱਜ ਦਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 552 ਤੇ ਸੁਸ਼ੋਭਿਤ ਹੈ। ਪੰਜਾਬੀ ਵਿਆਖਿਆ ਇਸ ਤਰ੍ਹਾਂ ਦਿੱਤੀ ਗਈ ਹੈ। ਸ਼ਲੋਕ ਮਹੱਲਾ ਚੌਥਾ। ਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾਂ ਹੋਰ ਜਿਤਨੇ ਵੀ ਕੰਮ ਜੀਵ ਕਰਦੇ ਨੇ, ਉਹ ਉਹਨਾਂ ਲਈ ਬੰਧਨ ਬਣਦੇ ਹਨ। ਭਾਵ ਉਹ ਕਰਮ ਹੋਰ ਵਧੀਕ ਮਾਇਆ ਦੇ ਮੋਹ ਦੇ ਵਿੱਚ ਫਸਾਉਂਦੇ ਨੇ। ਸਤਿਗੁਰੂ ਦੀ ਸੇਵਾ ਤੋਂ ਬਿਨਾਂ ਕੋਈ ਹੋਰ ਆਸਰਾ ਜੀਵਾਂ ਨੂੰ ਨਹੀਂ ਮਿਲਦਾ ਤੇ ਇਸ ਕਰਕੇ ਜੰਮਦੇ ਤੇ ਮਰਦੇ ਰਹਿੰਦੇ ਨੇ। ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਫਿੱਕੇ ਬੋਲ ਬੋਲਦਾ ਹੈ। ਇਸ ਦੇ ਹਿਰਦੇ ਦੇ ਵਿੱਚ ਨਾਮ ਨਹੀਂ ਵਸਦਾ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਹੇ ਨਾਨਕ, ਸਤਿਗੁਰ ਦੀ ਸੇਵਾ ਤੋਂ ਬਿਨਾਂ ਜੀਵ ਮਾਨੋ ਜੰਮਪੁਰੀ ਦੇ ਵਿੱਚ ਬੱਧੇ ਮਾਰੀਦੇ ਨੇ ਤੇ ਤੁਰਨ ਵੇਲੇ ਜਗ ਤੋਂ ਮੂੰਹ ਕਾਲਾ ਲੈ ਕੇ ਜਾਂਦੇ ਨੇ, ਖੱਟ ਕੇ ਜਾਂਦੇ ਨੇ। ਕਈ ਮਨੁੱਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਨੇ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਦੇ ਵਿੱਚ ਪਿਆਰ ਬਣ ਜਾਂਦਾ ਹੈ। ਹੇ ਨਾਨਕ, ਉਹ ਆਪਣਾ ਮਨੁੱਖਾ ਜਨਮ ਸਵਾਰ ਲੈਂਦੇ ਨੇ ਤੇ ਆਪਣੀ ਕੁੱਲ ਵੀ ਤਾਰ ਲੈਂਦੇ ਨੇ। ਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸ ਉਸਤਾਦ ਹੈ ਤੇ ਆਪ ਹੀ ਮੁੰਡੇ ਪੜ੍ਹਨ ਨੂੰ ਲਿਆਉਂਦਾ ਹੈ। ਆਪ ਹੀ ਮਾਂ ਪਿਓ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ। ਇੱਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਤਾਂ ਇੱਕ ਥਾਂ ਆਪ ਹੀ ਬਾਲਕਾਂ ਨੂੰ ਇਆਣੇ ਕਰ ਦਿੰਦਾ ਹੈ। ਹੇ ਸੱਚੇ ਹਰੀ, ਜਦੋਂ ਆਪ ਤੇਰੇ ਮਨ ਦੇ ਵਿੱਚ ਚੰਗੇ ਲੱਗਦੇ ਨੇ ਤਾਂ ਤੂੰ ਇਕਨਾਂ ਨੂੰ ਆਪਣੇ ਮਹਿਲ ਦੇ ਵਿੱਚ ਤੁਰ ਅੰਦਰ ਬੁਲਾ ਲੈਂਦਾ ਹੈ। ਜਿਨ੍ਹਾਂ ਗੁਰਮੁਖਾਂ ਨੂੰ ਤੂੰ ਆਪ ਆਦਰ ਦਿੰਦਾ ਹੈ, ਉਹ ਸੱਚੀ ਦਰਗਾਹ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਨੇ।
ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। गुर की टहल गुरु की सेवा, गुर की टहल गुरु की सेवा, गुर की आज्ञा पानी, गुर की आज्ञा पानी, गुर की टहल गुरु की सेवा, गुर की टहल गुरु की सेवा। जब ते दर्शन पेटे साधु, पले दिनस ओए आए। जब ते दर्शन पेटे साधु, पले दिनस ओए आए। महा आनंद सदा कर कीर्तना,
ਗੁਣ ਨਿਦਾਨ ਰਿਦ ਪੀਤਰ ਵਸਿਆ ਤੰਦੂਕ ਪਰਮ ਪਾਉ ਭਾਗਾ ਪਈ ਪਰਾਪਤ ਵਸਤ ਅਗੋਚਰ
ਇਹ ਸਨ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਪ੍ਰਾਪਤ ਕੀਤੀ ਹੈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸਲੋਕ ਫੋਰਥ ਮਹਿਲ। Without serving the true Guru, the deeds which are done are only chains binding the soul. Without serving the true Guru, they find no place of rest. They die only to born again. They continue coming and going. Without serving the true Guru, their speech is insipid. They do not enshrine the name of the Lord in the mind. O Nanak, without serving the true Guru, they are bound and gagged and beaten in the city of death. They depart with blackened faces. Third Mahal. Some wait upon and serve the true Guru. They embrace love for the Lord's name. O Nanak, they reform their lives and save their generations as well. Pauri. He himself is the school, he himself is the teacher, and he himself brings the students to be taught. He himself is the father, he himself is the mother, and he himself makes the children wise. In one place, he teaches them to read and understand everything, while in another place, he himself makes them ignorant. Some you summon to the mention of your presence within, when they become pleasing to your mind, O true Lord. That Gurmukh, whom you have blessed with greatness, that humble being is known and respected in the true code. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਜੀ ਨੇ। सब जग फिरे राम न पाया जाए। राम राम करता सब जग फिरे राम न पाया जाए। अगम गोचर अत वडा अतुल न तुलिया जाए। अगम अगोचर अतुवड़ा अतुल न तुलिया जाए। राम राम करता सब जग फिरे राम न पाया जाए। राम राम करता सब जग फिरे राम न पाया जाए। न ले
करता सब जग फिरे, राम न पाया जाए। राम राम करता सब जग फिरे, राम न पाया जाए। अगम अगोचर अतुवड़ा, अतुल न तोलिया जाए। अगम अगोचर अतुवड़ा, अतुल न तोलिया जाए। राम राम करता सब जग फिरे, राम न पाया जाए। राम राम करता सब जग फिरे, राम न पाया जाए। गुर के शब्द पेदिया, इन विद्वसिया मन आए। गुर के शब्द पेदिया, इन विद्वसिया मन आए। राम राम करता सब जग फिरे, राम न पाया जाए। राम राम करता सब जग फिरे, राम न पाया जाए। अगम अगोचर अतुवड़ा, अतुल न तोलिया जाए। अगम अगोचर अतुवड़ा, अतुल न तोलिया जाए। राम राम करता सब जग फिरे, राम न पाया जाए। राम राम करता सब जग फिरे, राम न पाया जाए। नानक आप अमेओ है, गुर कृपा तेरे आसमाए। नानक आप अमेओ है, गुर कृपा तेरे आसमाए। राम राम करता सब जग फिरे, राम न पाया जाए। राम राम करता सब जग फिरे, राम न पाया जाए। अगम अगोचर अतुवड़ा, अतुल न तोलिया जाए। अगम अगोचर अतुवड़ा, अतुल न तोलिया जाए। राम राम करता सब जग फिरे, राम न पाया जाए। राम राम करता सब जग फिरे,
पाया जाए। ਹਾਂਜੀ, ਇਹ ਸਨ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਜਿਵੇਂ ਕਿ ਸਾਡੇ ਸਰੋਤੇ ਜਾਣਦੇ ਨੇ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਸਿੱਖ ਸਿਧਾਂਤ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੀ ਲਿਖੀ ਹੋਈ ਕਿਤਾਬ ਦੇ ਵਿੱਚੋਂ ਕੁਝ ਜਿਹੜੇ ਹੈਗੇ ਲੇਖ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਰਹੇ ਹਾਂ। ਤੇ ਸਾਨੂੰ ਬੜਾ ਅਫਸੋਸ ਹੈ ਕਿ ਬਾਬਾ ਜੀ ਦਾ ਬੀਤੇ ਕੱਲ ਅਕਾਲ ਚਲਾਣਾ ਕਰ ਗਏ ਨੇ। ਤੇ ਇੱਥੇ ਯਾਦ ਰਹੇ ਕਿ ਉਹਨਾਂ ਨੇ ਜਿਹੜੀਆਂ ਅਕਾਲ ਅਕੈਡਮੀਆਂ ਸ਼ੁਰੂ ਕੀਤੀਆਂ ਤੇ ਬੁੜੂ ਸਾਹਿਬ ਦੇ ਸਥਾਨ ਦੇ ਉੱਤੇ ਮੇਨ ਸ਼ੁਰੂਆਤ ਕੀਤੀ, ਤੇ ਹੋਰ ਵੀ ਜਗ੍ਹਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਸਿੱਖਿਆ ਦੇ ਖੇਤਰ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਤੇ ਅਕਾਲ ਅਕੈਡਮੀਆਂ ਸਥਾਪਿਤ ਕਰਕੇ ਵਿੱਦਿਆ ਦਾ ਪ੍ਰਬੰਧ ਕੀਤਾ। ਤੇ ਸਾਡੇ ਵੱਲੋਂ ਬਾਬਾ ਜੀ ਨੂੰ ਸ਼ਰਧਾਂਜਲੀ ਹੈ। ਤੇ ਅਗਲਾ ਸ਼ਬਦ ਅਸੀਂ ਭਾਈ ਗੋਪਾਲ ਸਿੰਘ ਜੀ ਦਾ ਸਰਵਣ ਕਰਦੇ ਹਾਂ। सतगुर की सेवा सफल है, सेवा सफल है। सतगुर की सेवा सफल है, सेवा सफल है। जे को करे चितलाए, सतगुर की सेवा सफल है, सेवा सफल है, सेवा सफल है, सेवा सफल है। मन चिंदिया फल पावना, मन चिंदिया फल पावना। हमें बिचो जाए, हमें बिचो जाए, हमें बिचो जाए। सतगुर की सेवा सफल है, सेवा सफल है। सतगुर की सेवा सफल है, सेवा सफल है। जे को करे इतलाए, सतगुर की सेवा सफल है, सेवा सफल है, सेवा सफल है, सेवा सफल है। बंधन तोड़े मुक्त हुए, बंधन तोड़े मुक्त हुए। सच्चे रह गए समाए, सच्चे रह गए समाए, सच्चे रह गए समाए। सतगुर की सेवा सफल है, सेवा सफल है। सतगुर की सेवा सफल है, सेवा सफल है। जे को करे चितलाए, सतगुर की सेवा सफल है, सेवा सफल है, सेवा सफल है, सेवा सफल है।
इस जग में नाम अलग है, इस जग में नाम अलग है। गुरुमुख से मन आए, गुरुमुख से मन आए, गुरुमुख से मन आए। सतगुरु की सेवा सफल है, सेवा सफल है। सतगुरु की सेवा सफल है, सेवा सफल है। जे को करे चितलाए, सतगुरु की सेवा सफल है, सेवा सफल है, सेवा सफल है, सेवा सफल है। नानक जो गुर सेवे अपना, नानक जो गुर सेवे अपना। हाँ तिन बलिहारे जाओ, हाँ तिन बलिहारे जाओ, हाँ तिन बलिहारे जाओ। सतगुरु की सेवा सफल है, सेवा सफल है, सेवा सफल है, सेवा सफल है। ਹਾਂਜੀ, ਇਹ ਸਨ ਭਾਈ ਗੋਪਾਲ ਸਿੰਘ ਜੀ ਰਾਗੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ ਅੱਜ ਦੇ ਪਹਿਲੇ ਲੇਖ ਵੱਲ, ਜਿਹਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ ਜਿਹੜੇ ਮਨੁੱਖ ਦੀਆਂ ਮਾਨਸਿਕ ਅਵਸਥਾ ਦੀਆਂ ਸ਼੍ਰੇਣੀਆਂ, ਜਿਹੜੀਆਂ ਕਲਾਸਾਂ ਨੇ, ਉਹਨਾਂ ਬਾਰੇ ਜ਼ਿਕਰ ਕਰ ਰਹੇ ਨੇ। ਜਿਹੜਾ ਮਨੁੱਖ ਹੈ, ਉਹਦੀ ਮਾਨਸਿਕ ਅਵਸਥਾ ਜਿਹੜੀ ਹੈ ਬਦਲਦੀ ਰਹਿੰਦੀ ਹੈ। ਵਾਸਤਵ ਦੇ ਵਿੱਚ ਸਾਰੀ ਲੋਕਾਈ ਬਿਨਾਂ ਕਿਸੇ ਮਜ਼ਹਬ, ਜਾਤ ਪਾਤ, ਭਿੰਨ ਭੇਦ ਦੇ 3 ਗੁਣਾਂ ਦੇ ਵਿੱਚ ਵੰਡੀ ਹੋਈ ਹੈ। ਇਹ 3 ਗੁਣ ਨੇ, ਤਮੋ ਗੁਣ, ਰਜੋ ਗੁਣ ਤੇ ਸਤੋ ਗੁਣ। ਇਹਨਾਂ 3 ਗੁਣਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਲਪੇਟੀ ਹੋਈ ਹੈ। ਪ੍ਰਭੂ ਦਾ ਨਾਮ, ਸਿਖਰ ਤੇ ਇਨਸਾਨ ਦੀ ਸੁਰਤ, ਮਨ ਦੀ ਰੁਚੀ, ਇਹਨਾਂ 3 ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਦੇ ਵਿੱਚ ਪਹੁੰਚਦੀ ਹੈ, ਜਿੱਥੇ ਉਸ ਦੀ ਹਉਮੈ ਮਰ ਜਾਂਦੀ ਹੈ। ਇਨਸਾਨ ਦਾ ਮਨ ਪ੍ਰਭੂ ਦੇ ਵਿੱਚ ਫਿਰ ਲੀਨ ਹੋ ਜਾਂਦਾ ਹੈ। ਹਰ ਇੱਕ ਇਨਸਾਨ ਇਮਾਨਦਾਰੀ ਦੇ ਨਾਲ ਆਪਣੇ ਅੰਦਰ ਝਾਤੀ ਮਾਰੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਉਹ ਕਿੱਥੇ ਖੜਾ ਹੈ, ਉਸ ਵਿੱਚ ਕਿਹੜਾ ਗੁਣ ਪ੍ਰਬਲ ਹੈ ਤੇ ਉਸਨੇ ਕਿਸ ਤਰ੍ਹਾਂ ਉੱਪਰ ਉੱਠਣਾ ਹੈ। ਇਹਨਾਂ ਗੁਣਾਂ ਦੇ ਵਿੱਚ ਵਿਚਰਨ ਵਾਸਤੇ ਕੁਸੰਗਤ ਤੇ ਸੰਗਤ ਦਾ ਬੜਾ ਅਸਰ ਹੁੰਦਾ ਹੈ। ਜੇ ਤਮੋ ਗੁਣੀ ਇਨਸਾਨ ਸੰਗਤ ਕਰੇਗਾ ਤਾਂ ਰਜੋਗੁਣੀ ਅਵਸਥਾ ਦੇ ਵਿੱਚ ਪਹੁੰਚ ਜਾਏਗਾ। ਫਿਰ ਹੋਰ ਗੁਰ ਉਪਦੇਸ਼ ਕਮਾ ਕੇ ਸਤ ਸੰਗਤ ਕਰਕੇ ਸਤੋ ਗੁਣ ਵਿੱਚ ਪਹੁੰਚ ਜਾਵੇਗਾ। ਇਸੇ ਤਰ੍ਹਾਂ ਰਜੋਗੁਣੀ ਬਿਰਤੀ ਵਾਲਾ ਮਨੁੱਖ ਜੇ ਸੰਗਤ ਕਰੇਗਾ ਤਾਂ ਤਮੋ ਗੁਣੀ ਹੋ ਜਾਵੇਗਾ। ਇਹ ਇਲਾਹੀ ਨਿਯਮ ਹੈ ਕਿ ਇਨਸਾਨ ਭਾਵੇਂ ਕਿਸੇ ਵੀ ਮਜ਼ਹਬ ਦਾ ਹੋਵੇ, ਸੰਗਤ ਕਰਕੇ ਅਤੇ ਸ਼ੁਭ ਗੁਣਾਂ ਦਾ ਪਾਲਣ ਕਰਕੇ ਉੱਪਰ ਉੱਠ ਸਕਦਾ ਹੈ। ਦੁਨੀਆ ਦਾ ਕੋਈ ਵੀ ਧਰਮ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਦੇ ਸਾਰੇ ਪੈਰੋਕਾਰ ਸਤੋ ਗੁਣੀ ਹਨ। ਇਹ ਸਿਧਾਂਤ ਦੇ ਮੁਤਾਬਕ ਜਿਸ ਕੁਟੁੰਬ, ਸ਼ਹਿਰ, ਸੂਬੇ ਜਾਂ ਮੁਲਕ ਦੇ ਵਿੱਚ ਤਮੋ ਗੁਣੀ ਪੁਰਖ ਜ਼ਿਆਦਾ ਹੋਣਗੇ, ਉੱਥੇ ਕਲਯੁਗ ਵਰਤੇਗਾ। ਇਸ ਦੇ ਉਲਟ ਜੇ ਇਹਨਾਂ ਸਥਾਨਾਂ ਤੇ ਪ੍ਰਭੂ ਭਗਤੀ ਕਰਕੇ ਸਤੋ ਗੁਣੀ ਬਿਰਤੀ ਵਾਲੇ ਜੀਵ ਵੱਧ ਜਾਣਗੇ ਤਾਂ ਉੱਥੇ ਸਤਯੁਗ ਵਰਤੇਗਾ। ਤੇ ਆਓ ਹੁਣ ਜਾਣਦੇ ਹਾਂ ਕਿ ਇਹ ਤਮੋ ਗੁਣ, ਰਜੋ ਗੁਣ, ਸਤੋ ਗੁਣ ਤੇ ਆਤਮਪਦ ਕੀ ਹੈ। ਤਮੋ ਗੁਣੀ ਇਨਸਾਨ ਦਾ ਮਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਅੰਧਕਾਰ ਦੇ ਇਹਨਾਂ ਦੇ ਅੰਧਕਾਰ ਦੇ ਵਿੱਚ ਅੰਨਾ ਹੋਇਆ ਹੁੰਦਾ ਹੈ ਤੇ ਉਸ ਦਾ ਸਾਰਾ ਸਮਾਂ ਇਹਨਾਂ ਦੇ ਵਿੱਚ ਹੀ ਖਚਤ ਹੁੰਦਾ ਹੈ।
ਉਸ ਨੂੰ ਭਲੇ ਬੁਰੇ ਦੀ ਕੋਈ ਪਹਿਚਾਣ ਨਹੀਂ ਰਹਿੰਦੀ। ਉਹ ਵਿਸ਼ਿਆਂ ਵਿਕਾਰਾਂ ਦੀਆਂ ਇੰਦਰੀਆਂ ਦੇ ਅਧੀਨ ਹੀ ਸਾਰੇ ਬੁਰੇ ਕੰਮ ਕਰਦਾ ਹੈ ਤੇ ਅੰਤ ਦੁੱਖ ਭੋਗਦਾ ਹੈ। ਇਹ ਇਨਸਾਨ ਪਸ਼ੂ ਦੀ ਤਰ੍ਹਾਂ ਜੀਵਨ ਬਤੀਤ ਕਰਦਾ ਹੈ ਤੇ ਹਉਮੈ ਵਿੱਚ ਗਲਤਾਨ ਹੋ ਕੇ ਆਪਣੀ ਮੱਤ ਮਾਰ ਲੈਂਦਾ ਹੈ। ਇਹਨਾਂ ਬਾਰੇ ਗੁਰਬਾਣੀ ਇਉਂ ਫਰਮਾਨ ਕਰਦੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਤਮੋਗੁਣੀ ਮਨੁੱਖ ਦਾ ਪਹਿਰਾਵਾ ਤੇ ਭੋਜਨ ਤਾਮਸੀ ਹੁੰਦਾ ਹੈ। ਉਹ ਜ਼ਿਆਦਾਤਰ ਮਾਸ ਮੱਛੀ, ਸ਼ਰਾਬ, ਨਸ਼ੀਲੀਆਂ ਚੀਜ਼ਾਂ ਆਦਿ ਵਿੱਚ ਗਲਤਾਨ ਰਹਿੰਦਾ ਹੈ ਅਤੇ ਜੀਵਾਂ ਤੇ ਜ਼ਬਰ ਜ਼ੁਲਮ ਵੀ ਕਰਦਾ ਹੈ। ਜੇ ਅਜਿਹੇ ਮਨੁੱਖ ਨੂੰ ਸਤ ਸੰਗਤ ਮਿਲ ਜਾਵੇ ਤਾਂ ਉਹ ਤਮੋ ਗੁਣੀ ਬਿਰਤੀ ਤਿਆਗ ਕੇ ਰਜੋ ਗੁਣੀ ਹੋ ਜਾਂਦਾ ਹੈ ਜਾਂ ਹੋ ਸਕਦਾ ਹੈ। ਤੇ ਅਗਲਾ ਹੈ ਰਜੋ ਗੁਣ। ਰਜੋਗੁਣੀ ਵਿਅਕਤੀ ਰਜੋਗੁਣੀ ਵਿਅਕਤੀ ਜੋਸ਼ ਤੇ ਉਤਸ਼ਾਹ ਦੇ ਨਾਲ ਭਰਪੂਰ ਹੁੰਦੇ ਨੇ ਅਤੇ ਅਗਾਂਹ ਵਧੂ ਇੱਛਾ ਵਿੱਚ ਲੱਗੇ ਰਹਿੰਦੇ ਨੇ। ਉਹਨਾਂ ਦੀ ਹਉਮੈ ਪ੍ਰਬਲ ਹੁੰਦੀ ਹੈ ਤੇ ਇਹਨਾਂ ਦੇ ਮਨ ਮਾੜੇ ਚੰਗੇ ਗੁਣਾਂ ਦੀ ਖਿੱਚੋਤਾਣ ਵਿੱਚ ਪਏ ਰਹਿੰਦੇ ਨੇ। ਬੁੱਧ ਇਹਨਾਂ ਨੂੰ ਪ੍ਰਭੂ ਮਿਲਾਪ ਦੇ ਮਾਰਗ ਲਈ ਪ੍ਰੇਰਦੀ ਹੈ, ਪਰ ਨਾਲ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਵਿਸ਼ੇ ਵਿਕਾਰਾਂ ਵਾਲਾ ਮਨ ਇਹਨਾਂ ਨੂੰ ਦ੍ਰਿਸ਼ਟਮਾਨ ਵੱਲ ਖਿੱਚਦਾ ਹੈ ਤੇ ਬਦਨੀਤੀਆਂ ਉਪਜਾਉਂਦਾ ਹੈ ਤੇ ਦੁਨੀਆ ਦਾ ਮੌਜ ਮੇਲਾ ਮਾਣ ਲੈਣ ਲਈ ਕਿ ਅੱਗੇ ਕਿਸੇ ਨੇ ਦੇਖਿਆ ਹੈ ਉਸ ਲਈ ਪ੍ਰੇਰਦਾ ਹੈ। ਬੁੱਧ ਇਸ ਨੂੰ ਮਾੜੇ ਪਾਸੇ ਤੋਂ ਹੋੜ ਕੇ ਚੰਗੇ ਪਾਸੇ ਲਿਆਉਣ ਲਈ ਪ੍ਰੇਰਦੀ ਹੈ, ਪਰੰਤੂ ਨਾਲ ਹੀ ਇਹਨਾਂ ਦੀ ਬਾਹਰਮੁਖੀ ਬਿਰਤੀ ਵਿਸ਼ੇ ਵਿਕਾਰਾਂ ਦੀ ਦਲਦਲ ਵੱਲ ਵੀ ਖਿੱਚਦੀ ਹੈ। ਇਹ ਹਮੇਸ਼ਾ ਹੀ ਮਨ ਤੇ ਬੁੱਧੀ ਦੀ ਖਿੱਚੋਤਾਣ ਦੇ ਵਿੱਚ ਚਿੰਤਤ ਤੇ ਦੁਖਦਾਈ ਰਹਿੰਦੇ ਨੇ। ਨੀਂਦ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ। ਇਹਨਾਂ ਦੀ ਖੁਰਾਕ ਮਸਾਲੇਦਾਰ, ਸੁਆਦਲੀ ਅਤੇ ਚਟਪਟੀ ਹੁੰਦੀ ਹੈ। ਜਦੋਂ ਇਹ ਸਤਸੰਗ ਕਰਕੇ ਗੁਰਮਤਿ ਉਪਦੇਸ਼ ਕਮਾਉਂਦੇ ਨੇ ਤਾਂ ਸਹਿਜੇ ਹੀ ਮਨ ਦੇ ਨਾਲ ਯੁੱਧ ਕਰਕੇ ਇੰਦਰੀਆਂ ਤੇ ਕਾਬੂ ਪਾਉਣ ਦਾ ਯਤਨ ਕਰਦੇ ਨੇ ਅਤੇ ਸਤੋਗੁਣੀ ਬਿਰਤੀ ਦੇ ਵਿੱਚ ਪੁੱਜ ਜਾਂਦੇ ਨੇ। ਪਰੰਤੂ ਜੇ ਰਜੋ ਗੁਣੀ ਬਿਰਤੀ ਵਾਲੇ ਵਿਅਕਤੀ ਸੰਗਤ ਦੇ ਵਿੱਚ ਪੈ ਜਾਣ ਤਾਂ ਇਹ ਤਮੋ ਗੁਣੀ ਹੋ ਜਾਂਦੇ ਨੇ। ਤੇ ਅਗਲਾ ਹੈ ਸਤੋਗੁਣ। ਸਤੋਗੁਣੀ ਮਨੁੱਖ ਨੇ ਵਿਸ਼ੇ ਵਿਕਾਰਾਂ ਦੀਆਂ ਇੰਦਰੀਆਂ ਤੇ ਕਾਬੂ ਪਾ ਮਨ ਨੂੰ ਸੋਧ ਕੇ ਉਸ ਦੀ ਰੁਚੀ ਨੂੰ ਪ੍ਰਭੂ ਭਗਤੀ ਵੱਲ ਲਾਇਆ ਹੁੰਦਾ ਹੈ। ਇਹ ਮਨੁੱਖ ਉਤਸ਼ਾਹ ਦੇ ਨਾਲ ਨਾਮ ਬਾਣੀ ਜਪਦੇ ਹੋਏ ਗੁਰਮਤਿ ਮਾਰਗ ਤੇ ਤੁਰੇ ਜਾਂਦੇ ਨੇ ਤੇ ਹੋਰਨਾਂ ਨੂੰ ਵੀ ਸਤਸੰਗ ਕਰਕੇ ਇਸ ਮਾਰਗ ਵੱਲ ਪ੍ਰੇਰਦੇ ਨੇ। ਆਤਮਾ ਦੇ ਅਧੀਨ ਇਹਨਾਂ ਦੀ ਬੁੱਧੀ ਪ੍ਰਬਲ ਹੋ ਜਾਂਦੀ ਹੈ ਤੇ ਜਿਸ ਕਰਕੇ ਇਹ ਅੰਤਰਮੁਖੀ ਹੋ ਕੇ ਪ੍ਰਭੂ ਮਿਲਾਪ ਲਈ ਉਤਸ਼ਾਹ ਦੇ ਨਾਲ ਸਾਧਨਾ ਕਰਦੇ ਨੇ। ਇਹਨਾਂ ਮਨੁੱਖਾਂ ਦਾ ਪਹਿਰਾਵਾ ਬਹੁਤ ਹੀ ਸਾਦਾ, ਭੋਜਨ ਸ਼ਾਕਾਹਾਰੀ ਹੁੰਦਾ ਹੈ। ਇਹਨਾਂ ਨੂੰ ਜੋ ਵੀ ਰੁੱਖਾ ਸੁੱਖਾ ਮਿਲ ਜਾਵੇ ਪ੍ਰਭੂ ਦੀ ਦਾਤ ਸਮਝ ਕੇ ਛਕ ਲੈਂਦੇ ਨੇ ਤੇ ਰਜਾ ਭਾਣੀ ਦੇ ਹੁਕਮ ਵਿੱਚ ਰਹਿੰਦੇ ਨੇ। ਸਾਧਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੈ ਸੋ ਪਾਏ। ਤੇ ਅਗਲੀ ਸਟੇਜ ਜਿਹੜੀ ਹੈ ਉਹ ਹੈ ਆਤਮ ਪਦ। ਗੁਰਮਤਿ ਦੇ ਵਿੱਚ ਇਹਨਾਂ ਤਿੰਨੇ ਗੁਣਾਂ ਤੋਂ ਉੱਤੇ ਆਤਮ ਪਦ ਜਾਂ ਤੁਰੀਆ ਪਦ ਜਾਂ ਚੌਥਾ ਪਦ ਅਥਵਾ ਸਹਿਜ ਅਵਸਥਾ, ਜੋ ਕਿ ਗੁਰਮੁਖ ਦੀ ਨਿਰੰਕਾਰ ਦੇ ਦੇਸ਼ ਪੁੱਜਣ ਦੀ ਅਵਸਥਾ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਸੱਚਖੰਡ ਤੇ ਬੇਗਮਪੁਰਾ ਕਹਿ ਕੇ ਵੀ ਵਰਣਨ ਕੀਤਾ ਗਿਆ ਹੈ। ਇਸ ਅਵਸਥਾ ਦੇ ਵਿੱਚ ਪਹੁੰਚਣ ਦੇ ਲਈ ਸਤੋਗੁਣੀ ਮਨੁੱਖ ਨਾਮ ਬਾਣੀ ਸਿਮਰਨ ਦਾ ਬਹੁਤ ਹੀ ਦ੍ਰਿੜ ਅਭਿਆਸ ਕਰਦੇ ਨੇ ਤਾਂ ਜੋ ਉਹਨਾਂ ਦੀ ਸੂਖਸ਼ਮ ਹਉਮੈ ਅਥਵਾ ਦੇਹ ਅਭਿਮਾਨ ਉੱਕਾ ਹੀ ਮਰ ਜਾਵੇ ਅਤੇ ਦ੍ਰਿਸ਼ਟੀ ਦੇ ਵਿੱਚ ਕੋਈ ਆਕਾਰ ਨਾ ਆਵੇ। ਉਹਨਾਂ ਦੀ ਸੁਰਤ ਅੰਤਰਾਤਮੇ ਆਪਣੇ ਨਿਜ ਸਰੂਪ ਪ੍ਰਭੂ ਦੇ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਦੇ ਵਿੱਚ ਨਾਮ ਦਾ ਅਭਿਆਸ ਕਰਦਿਆਂ ਕਰਦਿਆਂ ਲੀਨ ਹੁੰਦੀ ਜਾਂਦੀ ਹੈ, ਜਿਸ ਨਾਲ ਉਹਨਾਂ ਦੀ ਸੂਖਸ਼ਮ ਹਉਮੈ ਬਿਲਕੁਲ ਖਤਮ ਹੋ ਜਾਂਦੀ ਹੈ ਤੇ ਉਹ ਨਿਰੰਕਾਰ ਦੇ ਨਾਲ ਅਭੇਦ ਹੋ ਜਾਂਦੇ ਨੇ। ਐਸੀ ਅਵਸਥਾ ਦਾ ਵਰਣਨ ਭਗਤ ਕਬੀਰ ਜੀ ਮਹਾਰਾਜ ਕਰਦੇ ਨੇ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਤੇ ਇਸੇ ਤਰ੍ਹਾਂ 10ਵੇਂ ਪਾਤਸ਼ਾਹ ਫਰਮਾਉਂਦੇ ਨੇ,
ਹਰ ਹਰ ਜਨ ਦੋਏ ਏਕ ਹੈ, ਬਿਵਿਚਾਰ ਕਿਛ ਨਾਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਅਵਸਥਾ ਬਾਰੇ ਇਸ ਤਰ੍ਹਾਂ ਵੀ ਫਰਮਾਉਂਦੇ ਨੇ, ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ, ਏਕ ਕੈ ਆਪ ਨਹੀਂ ਕਛ ਪਰਮ। ਫਿਰ ਉਹ ਲੁਕਾਈ ਤੇ ਪਰ ਉਪਕਾਰ ਦੇ ਕੰਮ ਪ੍ਰਭੂ ਰਜਾ ਹੁਕਮ ਤੇ ਬਾਣੀ ਦੇ ਵਿੱਚ ਕਰਦੇ ਨੇ। ਸੋ ਇਸ ਲੇਖ ਦੇ ਵਿੱਚ ਅਸੀਂ ਇਹ ਜਾਣਿਆ ਹੈ ਕਿ ਜਿਹੜੀਆਂ ਮਾਨਸਿਕ ਸ਼੍ਰੇਣੀਆਂ ਹਨ ਮਨੁੱਖ ਦੀਆਂ, ਉਹ ਹੇਠਲੇ ਪਾਸੇ ਤੋਂ ਸ਼ੁਰੂ ਹੋਈਏ ਤਾਂ ਤਮੋ ਗੁਣ, ਤੇ ਉਸ ਤੋਂ ਬਾਅਦ ਰਜੋ ਗੁਣ। ਤਮੋ ਗੁਣ ਦੇ ਵਿੱਚ ਜਿਹੜੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਹੈ ਇਹ ਬਹੁਤ ਸਿਰੇ ਦੇ ਉੱਤੇ ਹੈ। ਤੇ ਜਦੋਂ ਰਜੋ ਗੁਣੀ ਅਵਸਥਾ ਦੇ ਵਿੱਚ ਆਉਂਦਾ ਹੈ ਤੇ ਜਿਹੜੀ ਹੈ ਬੁੱਧ ਜਿਹੜੀ ਹੈ ਉਹ ਪ੍ਰੇਰਦੀ ਹੈ ਕਿ ਇਹ ਕੰਮ ਨਹੀਂ ਕਰਨੇ, ਪਰ ਫਿਰ ਵੀ ਬੰਦਾ ਖਿੱਚੋ ਤਾਣ ਦੇ ਵਿੱਚ ਰਹਿੰਦਾ ਹੈ, ਕਦੀ ਉੱਪਰ ਵੱਲ ਸਤੋ ਗੁਣਾ ਵੱਲ ਤੇ ਕਦੀ ਥੱਲੇ ਤਮੋ ਗੁਣਾ ਵੱਲ। ਤੇ ਸਤੋ ਗੁਣਾ ਦੇ ਵਿੱਚ ਪਹੁੰਚ ਕੇ ਜਿਹੜਾ ਹੈ ਜਦੋਂ ਬੰਦੇ ਦਾ ਇੰਦਰੀਆਂ ਤੇ ਕਾਬੂ ਹੋ ਜਾਂਦਾ ਹੈ ਤੇ ਉਸ ਅਵਸਥਾ ਹੈ, ਤੇ ਉਸ ਤੋਂ ਵੀ ਅਗਲੀ ਅਵਸਥਾ ਜਿਹੜੀ ਹੈ ਆਤਮ ਪਦ, ਜਦੋਂ ਇਹ ਜਿਹੜੀ ਰੂਹ ਹੈ, ਇਹ ਜਿਹੜੀ ਹੈ ਮਨ ਹੈ, ਉਸ ਪਰਮਾਤਮਾ ਦੇ ਵਿੱਚ ਰਲ ਜਾਂਦਾ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਦਮ ਦਮ ਸਦਾ ਸੰਭਾਲਦਾ। ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਗੁਰ ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਗੁਰ ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਨਾ ਬਿਰਥਾ ਜਾਏ। ਸਤਿਗੁਰ ਮਿਲਿਐ ਅੰਤਰ ਰਵ ਰਹਿਆ, ਸਦਾ ਰਹਾ ਲਿਵ ਲਾਏ। ਸਤਿਗੁਰ ਮਿਲਿਐ ਅੰਤਰ ਰਵ ਰਹਿਆ, ਸਦਾ ਰਹਾ ਲਿਵ ਲਾਏ। ਸਤਿਗੁਰ ਮਿਲਿਐ ਅੰਤਰ ਰਬ ਰਹਿਆ, ਸਦਾ ਰਹਾ ਲਿਵ ਲਾਏ। ਸਤਿਗੁਰ ਮਿਲਿਐ
ਜਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਏ ਨਾਨਕ ਇਹ ਮਰਤਬਾ ਤਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਏ ਨਾਨਕ ਇਹ ਮਰਤਬਾ ਤਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਏ ਦਮ ਦਮ ਸਦਾ ਸਮਾਰਦਾ ਦਮ ਨਾ ਬਿਰਥਾ ਜਾਏ ਦਮ ਨਾ ਬਿਰਥਾ ਜਾਏ ਦਮ ਦਮ ਸਦਾ ਸਮਾਰਦਾ ਦਮ ਨਾ ਬਿਰਥਾ ਜਾਏ ਦਮ ਨਾ ਬਿਰਥਾ ਜਾਏ ਤੁਰ ਖਸਮ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨ ਜਾਏ ਤੁਰ ਖਸਮ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨ ਜਾਏ ਤੁਰ ਖਸਮ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨ ਜਾਏ ਤੁਰ ਖਸਮ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨ ਜਾਏ ਦਮ ਦਮ ਸਦਾ ਸਮਾਰਦਾ ਦਮ ਨਾ ਬਿਰਥਾ ਜਾਏ ਦਮ ਨਾ ਬਿਰਥਾ ਜਾਏ ਦਮ ਦਮ ਸਦਾ ਸਮਾਰਦਾ ਦਮ ਨਾ ਬਿਰਥਾ ਜਾਏ ਦਮ ਨਾ ਬਿਰਥਾ ਜਾਏ ਦਮ ਨਾ ਬਿਰਥਾ ਜਾਏ ਹਾਂਜੀ, ਇਹ ਸਨ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਜਿਹੜੀਆਂ ਵਿਚਾਰਾਂ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਜਦੋਂ ਬਾਣੀ ਦੇ ਵਿੱਚ ਅਸੀਂ ਸੁਣਦੇ ਹਾਂ ਚਾਰ ਪਦਾਰਥ, ਜਿਵੇਂ ਕਿ ਗੁਰਬਾਣੀ ਦਾ ਇਹ ਤੁਕ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਤੇ ਅਸੀਂ ਸੋਚਦੇ ਹਾਂ ਕਿ ਇਹ ਜਿਹੜੇ ਚਾਰ ਪਦਾਰਥ ਨੇ ਇਹ ਕੀ ਨੇ। ਇਹਨਾਂ ਬਾਰੇ ਦੱਸਿਆ ਗਿਆ ਹੈ ਕਿ ਚਾਰ ਪਦਾਰਥ ਨੇ ਧਰਮ, ਅਰਥ, ਕਾਮ ਤੇ ਮੋਕਸ਼। ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁਖੀ ਹੋਣ ਦੇ ਲਈ ਚਾਰ ਪਦਾਰਥ ਹੀ ਮੰਗਦਾ ਹੈ ਆਦਮੀ। ਇਹਨਾਂ ਦੇ ਵਿੱਚੋਂ ਪਹਿਲੇ ਤਿੰਨਾਂ ਦਾ ਸੰਬੰਧ ਸੰਸਾਰ ਦੇ ਨਾਲ ਹੈ ਤੇ ਚੌਥੇ ਦਾ ਸੰਬੰਧ ਪਰਮ ਪਦ ਦੀ ਪ੍ਰਾਪਤੀ ਦੇ ਨਾਲ ਹੈ। ਪਹਿਲਾ ਹੈ ਧਰਮ, ਜੀਵਨ ਦੇ ਕਰਤੱਵ ਨੂੰ ਪਾਲਣਾ, ਭਾਵ ਨਿਯਮ ਦੇ ਵਿੱਚ ਰਹਿਣਾ ਤੇ ਚੰਗੇ ਕਰਮ ਕਰਦੇ ਹੋਏ ਸੱਚਾ ਸੁੱਚਾ ਜੀਵਨ ਬਤੀਤ ਕਰਨਾ, ਇਹ ਹੈਗਾ ਧਰਮ। ਭਾਵੇਂ ਕਿ ਜਿਹੜੇ ਵੱਖਰੇ ਵੱਖਰੇ ਰਾਸਤੇ ਨੇ ਅਸੀਂ ਉਹਨਾਂ ਨੂੰ ਵੀ ਧਰਮ ਕਹਿੰਦੇ ਹਾਂ, ਜਿਵੇਂ ਕਿ ਸਿੱਖ ਧਰਮ, ਹਿੰਦੂ ਧਰਮ, ਬੁੱਧ ਧਰਮ ਆਦਿ। ਪਰ ਜੇ ਸਿੱਧੇ ਤੌਰ ਤੇ ਧਰਮ ਦੇ ਬਾਰੇ ਅਸੀਂ ਜਾਣਨਾ ਹੋਵੇ ਤਾਂ ਧਰਮ ਹੈ ਜੀਵਨ ਦੇ ਕਰਤੱਵ ਨੂੰ ਪਾਲਣਾ, ਭਾਵ ਨਿਯਮ ਦੇ ਵਿੱਚ ਰਹਿਣਾ ਤੇ ਚੰਗੇ ਕਰਮ ਕਰਦੇ ਹੋਏ ਸੱਚਾ ਸੁੱਚਾ ਜੀਵਨ ਬਤੀਤ ਕਰਨਾ। ਅਰਥ ਦਾ ਮਤਲਬ ਹੈ ਆਰਥਿਕ ਪ੍ਰਾਪਤੀਆਂ, ਜੀਵ ਦੇ ਭੌਤਿਕ ਸਾਧਨ, ਜਿਹਦੇ ਵਿੱਚ ਅਸੀਂ ਜਿੰਨੇ ਵੀ ਪਦਾਰਥ ਜਿਹੜੇ ਇਕੱਠੇ ਕਰ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਪੈਸਾ ਵੀ ਕਹਿ ਸਕਦੇ ਹਾਂ, ਮੋਟਰਾਂ, ਗੱਡੀਆਂ, ਘਰ, ਜ਼ਮੀਨ ਆਦਿਕ ਹੋਰ ਜਿੰਨੀਆਂ ਵੀ ਜਿਹੜੀਆਂ ਫਿਜ਼ੀਕਲ ਚੀਜ਼ਾਂ ਨੇ ਉਹਨਾਂ ਨੂੰ ਅਰਥ ਕਿਹਾ ਜਾਂਦਾ ਹੈ। ਕਾਮ, ਜੀਵਨ ਦੀਆਂ ਜਾਇਜ਼ ਤੇ ਉਚਿਤ ਇੱਛਾਵਾਂ। ਜਿਹੜੀਆਂ ਜਾਇਜ਼ ਤੇ ਉਚਿਤ ਇੱਛਾਵਾਂ ਨੇ ਜੀਵਨ ਦੀਆਂ, ਉਹ ਕਾਮ ਦੇ ਵਿੱਚ ਆ ਜਾਂਦੀਆਂ ਨੇ। ਮੋਕਸ਼ ਜਾਂ ਮੋਖ, ਸੰਸਾਰਿਕ ਬੰਧਨਾਂ ਤੋਂ ਖਲਾਸੀ, ਭਾਵ ਮੁਕਤੀ, ਆਵਾਗਮਨ ਦੇ ਗੇੜ ਤੋਂ ਬਚਾਉਣ ਦੇ ਲਈ ਨਾਮਦਾਨ ਦੀ ਬਖਸ਼ਿਸ਼। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੇ ਮਨੁੱਖ ਨੂੰ ਚਾਰ ਪਦਾਰਥ ਧਰਮ, ਅਰਥ, ਕਾਮ ਤੇ ਮੋਕਸ਼ ਲੋੜੀਂਦੇ ਨੇ ਤਾਂ ਇਸ ਲਈ ਲਾਜ਼ਮੀ ਹੈ ਉਹ ਸਾਧ ਜਨਾਂ ਦੀ ਸੇਵਾ ਕਰੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ।
ਸੋ ਇਹ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਜੇਕਰ ਸਾਨੂੰ ਇਹ ਚਾਰ ਪਦਾਰਥ ਜਿਹੜੇ ਨੇ ਇਹ ਚਾਹੀਦੇ ਨੇ, ਧਰਮ, ਅਰਥ, ਕਾਮ ਤੇ ਮੋਕਸ਼, ਸੋ ਫਿਰ ਇਹਦਾ ਤਰੀਕਾ ਇਹ ਹੈ ਕਿ ਸਾਧ ਜਨਾਂ ਦੀ ਸੇਵਾ ਲੱਗੇ। ਜਿਹੜਾ ਉਹ ਬੰਦਾ ਹੈ ਜਿਸ ਨੇ ਇਹ ਪ੍ਰਾਪਤ ਕਰਨੇ ਹੈ, ਉਹਨੂੰ ਇਹ ਕਰਨਾ ਚਾਹੀਦਾ ਹੈ। ਤੇ 3 ਤਾਪ ਜਿਹੜੇ ਹੈ ਉਹ ਗਿਣੇ ਗਏ ਨੇ, ਕਹੇ ਗਏ ਨੇ। ਤਾਪ ਤੋਂ ਭਾਵ ਹੈ ਦੁੱਖ। ਜਿਹੜੀਆਂ ਪਹਿਲੀਆਂ ਗੱਲਾਂ ਅਸੀਂ ਕੀਤੀਆਂ, ਜਿਹੜੇ ਪਦਾਰਥ ਨੇ ਉਹ ਸੁੱਖ ਦਾ ਪ੍ਰਤੀਕ ਨੇ, ਜਿਹਦੇ ਕੋਲ ਉਹ ਸਾਰੇ ਪਦਾਰਥ ਨੇ, ਧਰਮ ਹੈ, ਅਰਥ ਹੈ, ਕਾਮ, ਜਿਹਦੀਆਂ ਇੱਛਾਵਾਂ ਜਿਹੜੀਆਂ ਪੂਰੀਆਂ ਹੋ ਸਕਦੀਆਂ ਨੇ, ਜਾਂ ਮੋਕਸ਼ ਜਿਹਨੂੰ ਮਿਲ ਜਾਂਦਾ ਹੈ, ਉਹਨੂੰ ਅਸੀਂ ਗਿਣਦੇ ਹਾਂ ਕਿ ਉਹ ਸੁੱਖ ਦੇ ਵਿੱਚ ਵਿਚਰ ਰਿਹਾ ਹੈ। ਤੇ ਜਿਹੜਾ ਦੁੱਖ ਦੇ ਵਿੱਚ ਵਿਚਰ ਰਿਹਾ ਹੈ ਉਹਨੂੰ ਤਾਪ, ਕੋਈ ਨਾ ਕੋਈ ਤਾਪ ਲੱਗਾ ਹੋਇਆ ਹੈ। ਤਾਪ ਦਾ ਜਿਹੜਾ ਭਾਵ ਅਸੀਂ ਟੈਂਪਰੇਚਰ ਲੈਂਦੇ ਹਾਂ ਆਮ ਤੌਰ ਤੇ, ਪਰ ਇੱਥੇ ਤਾਪ ਦਾ ਭਾਵ ਜਿਹੜਾ ਹੈ ਦੁੱਖ ਹੈ। ਸਾਰੀ ਸ੍ਰਿਸ਼ਟੀ ਦੇ ਜੀਵ 3 ਤਾਪਾਂ ਦੇ ਵਿੱਚ ਗ੍ਰਸੇ ਹੋਏ ਨੇ। ਆਦਿ ਅਧਿਆਤਮਕ, ਕਰਮਵਾਰ, ਦੈਹਿਕ, ਮਾਨਸਿਕ ਰੋਗ, ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਤੋਂ ਵਿਆਪੇ ਰੋਗ ਜੋ ਸੂਖਸ਼ਮ ਅੰਤਵਾਹਿਕ ਸਰੀਰ ਦੇ ਰਾਹੀਂ ਆਉਂਦੇ ਨੇ, ਜਿਹੜੇ ਸੂਖਸ਼ਮ ਸਰੀਰ ਦੇ ਥਰੂ ਆਉਂਦੇ ਨੇ, ਜਿਹੜੇ ਅਸੀਂ ਪਿਛਲੇ ਕਰਮ ਕੀਤੇ ਆ, ਜਿਹੜੇ ਦੁੱਖ ਉਹ ਤੋਂ ਉਪਜਦੇ ਨੇ ਪੁਰਾਣੇ ਕਰਮਾਂ ਦੇ, ਉਹਨਾਂ ਨੂੰ ਆਦਿ ਕਹਿੰਦੇ ਨੇ। ਤੇ ਵਿਆਧ, ਇਹਨੂੰ ਆਦਿ ਭੌਤਿਕ ਜਾਂ ਭੌਤਿਕ ਵੀ ਗਿਣਿਆ ਗਿਆ ਹੈ। ਇਹ ਜਿਹੜੇ ਤਾਪ ਨੇ ਜਾਂ ਦੁੱਖ ਨੇ, ਸਰੀਰ ਦੇ ਰੋਗ ਨੇ, ਜੋ ਇਸ ਜਨਮ ਦੇ ਕੀਤੇ ਹੋਏ ਕਰਮਾਂ ਤੋਂ ਉਪਜਦੇ ਨੇ, ਜਿਵੇਂ ਸਰੀਰ ਦੀਆਂ ਬਿਮਾਰੀਆਂ ਆਦਿਕ। ਤੇ ਉਪਾਦ, ਆਦਿ ਵੈਦਿਕ ਜਾਂ ਵੈਦਿਕ ਇਹਨੂੰ ਕਿਹਾ ਹੈ, ਉਹ ਦੁੱਖ ਜੋ ਬਾਹਰਲੇ ਅਲੌਕਿਕ ਕਾਰਨਾਂ ਕਰਕੇ ਪੈਦਾ ਹੁੰਦੇ ਨੇ, ਜਿਹੜੇ ਵਿੱਚ ਆਪਣਾ ਵੱਸ ਨਹੀਂ ਹੁੰਦਾ, ਜਿਵੇਂ ਕਿ ਹੜ੍ਹ, ਤੂਫਾਨ, ਭੂਚਾਲ, ਬਿਜਲੀ ਡਿੱਗਣਾ, ਹਮਲਾ ਹੋ ਜਾਣਾ, ਜੰਗ ਲੱਗ ਜਾਣੀ, ਲੜਾਈ, ਚੋਰੀ ਜਾਂ ਡਾਕੇ ਦੇ ਨਾਲ ਜਿਹੜੇ ਦੁੱਖ ਮਿਲਦੇ ਨੇ, ਇਹਨਾਂ ਚੀਜ਼ਾਂ ਦੇ ਨਾਲ, ਉਸ ਨੂੰ ਉਪਾਦ ਕਹਿੰਦੇ ਨੇ। ਸੋ ਇੱਕ ਵਾਰੀ ਫੇਰ ਆਦਿ ਜਿਹੜੇ ਨੇ ਉਹ ਜਿਹੜੇ ਨੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦੇ ਕਰਕੇ ਸਾਡੇ ਸੂਖਸ਼ਮ ਸਰੀਰ ਦੇ ਥਰੂ ਹੀ ਸਾਡੇ ਨਾਲ ਆ ਜਾਂਦੇ ਨੇ। ਤੇ ਜਿਹੜੇ ਵਿਆਧ ਨੇ, ਜਿਹੜੇ ਕਿ ਇਸ ਵੇਲੇ ਸਾਡੇ ਸਰੀਰ ਦੇ ਰੋਗ ਨੇ, ਜੋ ਕਿ ਸਰੀਰ ਨੂੰ ਕੁਝ ਹੋ ਜਾਂਦਾ ਹੈ, ਉਹ ਸਰੀਰ ਦੀਆਂ ਬਿਮਾਰੀਆਂ ਆਦਿ, ਉਹਨਾਂ ਨੂੰ ਵਿਆਧ ਕਿਹਾ ਗਿਆ ਹੈ। ਤੇ ਉਪਾਦ ਜਿਹੜੇ ਹੈ ਉਹ ਐਸੇ ਨੇ ਜਿਹੜਾ ਇਹਦੇ ਉੱਤੇ ਸਾਡਾ ਆਪਣਾ ਕੋਈ ਕੰਟਰੋਲ ਨਹੀਂ, ਅਸੀਂ ਉਸ ਸਿਚੁਏਸ਼ਨ ਦੇ ਵਿੱਚ ਫਸ ਜਾਂਦੇ ਹਾਂ, ਜਿਵੇਂ ਹੜ੍ਹ, ਤੂਫਾਨ, ਭੂਚਾਲ, ਬਿਜਲੀ ਡਿੱਗਣਾ ਆਦਿ ਜਾਂ ਜੰਗ ਲੱਗ ਜਾਣੀ, ਉਹਦੇ ਕਰਕੇ ਸਾਨੂੰ ਜਿਹੜੇ ਦੁੱਖ ਮਿਲਦੇ ਨੇ ਉਹਨਾਂ ਨੂੰ ਉਪਾਦ ਕਿਹਾ ਗਿਆ ਹੈ। ਇਹਨਾਂ 3 ਤਾਪਾਂ ਤੋਂ ਬਚਣ ਦਾ ਉਪਾਅ ਕੇਵਲ ਪ੍ਰਭੂ ਦਾ ਨਾਮ, ਬਾਣੀ ਦਾ ਸਿਮਰਨ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਆਦ ਵਿਆਦ ਉਪਾਦ ਸਭ ਨਾਸੀ, ਬਿਨਸੈ ਤੀਨੇ ਤਾਪ ਰਹਾਉ, ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ, ਚੂਕੇ ਸੋਗ ਸੰਤਾਪ, ਗੁਣ ਗਾਵਤ ਅਚੁੱਤ ਅਬਿਨਾਸੀ, ਮਨ ਤਨ ਆਤਮ ਤਰਾਪ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 1223। ਫਿਰ ਇਸੇ ਤਰ੍ਹਾਂ ਸਤਿਗੁਰੂ ਜੀ 714 ਅੰਗ ਤੇ ਫਰਮਾਉਂਦੇ ਨੇ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕੋ ਵਿਗਨ ਨ ਕਉ ਲਾਗੈ, ਜਾਂ ਕੀ ਪ੍ਰਭ ਆਗੇ ਅਰਦਾਸ। ਸੋ ਅਸੀਂ ਬਹੁਤ ਹੀ ਸੰਖੇਪ ਦੇ ਵਿੱਚ ਇਹ ਜਾਣਿਆ ਹੈ ਕਿ ਦੁੱਖ ਤੇ ਸੁੱਖ ਜਿਹੜੇ ਆ ਉਹ ਕੀ ਹੈ, ਤੇ ਇਹਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਸੁੱਖ ਜਿਹੜੇ ਆ, ਜਿਹੜੇ 4 ਪਦਾਰਥ ਨੇ ਉਹ ਸੁੱਖ ਦਾ ਪ੍ਰਤੀਕ ਨੇ, ਧਰਮ, ਅਰਥ, ਕਾਮ ਤੇ ਮੋਕਸ਼। ਤੇ 3 ਤਾਪ ਜਿਹੜੇ ਦੁੱਖ ਨੇ ਉਹ ਨੇ ਆਦ, ਵਿਆਦ ਤੇ ਉਪਾਦ। ਸੋ ਇਹਨਾਂ ਤੋਂ ਬਚਣ ਦੇ ਲਈ ਜਾਂ ਸੁਖੀ ਰਹਿਣ ਦੇ ਲਈ ਪਰਮਾਤਮਾ ਦਾ ਨਾਮ ਹੀ ਇੱਕ ਦਵਾਈ ਜਾਂ ਔਸ਼ਧੀ ਦੱਸਿਆ ਹੈ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਸੁਖ ਨਾਹੀ ਹਰ ਭਗਤ ਬਿਨਾ, ਸੁਖ ਨਾਹੀ ਹਰ ਭਗਤ ਬਿਨਾ, ਜੀਤ ਜਨਮ ਰਤਨ
ਸਾਧ ਸੰਗਤ ਜਪ ਇਕ ਖਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਤ ਸੰਪਤ ਬਨਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਹੈਵਰ ਗੈਵਰ ਰਾਜ ਰੰਗ ਤਿਆਗ ਚਲਿਓ ਹੈ ਮੂੜ ਨੰਗ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਚੋਆ ਚੰਦਨ ਦੇ ਭੂਲਿਆ ਸੋ ਤਨ ਤਰ ਸੰਗ ਰੂਲਿਆ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਮੋਹ ਮੋਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਰਤਨ ਅਮੋਲਕ ਜੀਤ ਜਨਮ ਰਤਨ ਅਮੋਲਕ ਸਾਧ ਸੰਗਤ ਜਪ ਇਕ ਖਿਨਾ ਸਾਧ ਸੰਗਤ ਜਪ ਇਕ ਖਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਹਰ ਭਗਤ ਬਿਨਾ ਹਰ ਭਗਤ ਬਿਨਾ ਹਰ ਭਗਤ ਬਿਨਾ ਵਾਹਿਗੁਰੂ। ਹਾਂਜੀ,
ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਵਿਚਾਰਾਂ ਨੂੰ ਅੱਗੇ ਵਧਾਉਂਦੇ ਹਾਂ। ਅੱਗੇ ਨੇ ਸਰੀਰ ਦੇ ਵਿੱਚ ਮਾਨਸਿਕ ਅਵਸਥਾ ਦੇ ਆਦਰਸ਼ਟ ਸਥਾਨ, ਭਾਵ ਕਿ ਇਹ ਜਿਹੜਾ ਸਰੀਰ ਆ ਇਹਦੇ ਵਿੱਚ ਮਾਨਸਿਕ ਅਵਸਥਾ ਦੇ ਵੱਖਰੇ ਵੱਖਰੇ ਜਿਹੜੇ ਸਥਾਨ ਨੇ ਉਹ ਕਿੱਥੇ ਨੇ, ਉਹਨਾਂ ਦੇ ਬਾਰੇ ਹੈ। ਤੇ ਪਹਿਲੀ ਗੱਲ ਜਿਹੜੀ ਹੈ ਉਹ ਮਨ ਦੀ। ਮਨ ਫੁਰਨਿਆਂ ਅਥਵਾ ਸੰਕਲਪਾਂ ਵਿਕਲਪਾਂ ਦਾ ਵਜੂਦ ਹੈ। ਇਹ ਮਿਕਸਚਰ ਆ ਜਿਹਦੇ ਵਿੱਚ ਸਾਡੇ ਫੁਰਨੇ ਨੇ ਇਕੱਠੇ ਹੋਏ। ਫੁਰਨੇ ਸੰਕਲਪ ਵਿਕਲਪ ਜਿਹੜੇ ਨੇ ਇਹ ਤ੍ਰਿਸ਼ਨਾ ਤੋਂ ਉਪਜਦੇ ਨੇ। ਤ੍ਰਿਸ਼ਨਾ ਉਦੋਂ ਉਪਜਦੀ ਹੈ, ਉਦੋਂ ਪੈਦਾ ਹੁੰਦੀ ਹੈ ਜਦੋਂ ਇਨਸਾਨ ਦੀ ਲਿਵ ਅੰਤःਕਰਣ ਦੇ ਵਿੱਚ ਪ੍ਰਭੂ ਤੋਂ ਟੁੱਟ ਕੇ ਬਾਹਰ ਮੁਖੀ ਹੋ ਜਾਂਦੀ ਹੈ। ਸੋ ਇਹ ਇੱਕ ਕਿਸਮ ਦੀ ਲੜੀ ਹੈ। ਜਿੱਦਾਂ ਮਨ ਨੂੰ ਦੱਸਿਆ ਗਿਆ ਹੈ ਕਿ ਫੁਰਨਿਆਂ ਦਾ ਜਿਹੜਾ ਹੈ ਇਕੱਠ ਹੈ ਸੰਕਲਪਾਂ ਤੇ ਵਿਕਲਪਾਂ ਦਾ, ਤੇ ਜਿਹੜੇ ਫੁਰਨੇ ਜਾਂ ਜਿਨ੍ਹਾਂ ਨੂੰ ਸੰਕਲਪ ਤੇ ਵਿਕਲਪ ਕਹਿੰਦੇ ਹਾਂ, ਫੁਰਨੇ ਜਿਵੇਂ ਕਿ ਅਸੀਂ ਸੋਚਦੇ ਹਾਂ ਅੱਜ ਆਹ ਹੋਊਗਾ, ਆਹ ਨਹੀਂ ਹੋਊਗਾ, ਜੇ ਮੈਂ ਐਂ ਕਰਾਂ ਤੇ ਐਂ ਹੋ ਜਾਊ, ਜੇ ਨਾ ਕੀਤਾ ਤੇ ਇਉਂ ਹੋ ਜਾਊ। ਇਹ ਜਿਹੜੇ ਫੁਰਨੇ ਨੇ ਇਹਨਾਂ ਦਾ ਜਿਹੜਾ ਕਾਰਨ ਆ ਇਹ ਤ੍ਰਿਸ਼ਨਾ ਤੋਂ ਪੈਦਾ ਹੁੰਦੇ ਨੇ। ਤ੍ਰਿਸ਼ਨਾ ਉਹ ਹੈ ਜਦੋਂ ਜਿਹੜੀ ਹੈ ਇਨਸਾਨ ਦੀ ਲਿਵ ਜਿਹੜੀ ਹੈ ਅੰਤःਕਰਣ ਦੇ ਵਿੱਚ ਪ੍ਰਭੂ ਤੋਂ ਟੁੱਟ ਕੇ ਜਦੋਂ ਬਾਹਰ ਜਿਹੜੀ ਬਾਹਰਮੁਖੀ ਦੁਨੀਆ ਹੈ ਅਸੀਂ ਉਹਦੇ ਨਾਲ ਜਦ ਜੁੜਦੇ ਹਾਂ ਉਦੋਂ ਹੀ ਤ੍ਰਿਸ਼ਨਾ ਪੈਦਾ ਹੁੰਦੀ ਹੈ। ਤ੍ਰਿਸ਼ਨਾ ਤੋਂ ਉਪਜੇ ਫੁਰਨੇ ਦੁਨਿਆਵੀ ਖਾਸ਼ਾਂ ਨੂੰ ਜਨਮ ਦਿੰਦੇ ਨੇ ਤੇ ਦੁਨਿਆਵੀ ਖਾਸ਼ਾਂ ਸਰੀਰਕ ਸੁੱਖਾਂ, ਵਿਸ਼ੇ ਵਿਕਾਰਾਂ ਤੇ ਪਦਾਰਥਾਂ ਦੇ ਭੋਗ ਨੂੰ ਜਨਮ ਦਿੰਦੀਆਂ ਨੇ। ਇਹ ਖਾਸ਼ਾਂ ਜਾਂ ਫੁਰਨੇ ਕਿਰਿਆਮਾਨ ਹੋ ਕੇ ਕਰਮ ਬਣਦੇ ਨੇ, ਜਿਨ੍ਹਾਂ ਨੂੰ ਮੋੜ ਮੋੜ ਕੇ ਦੁਹਰਾਉਣ ਦੇ ਨਾਲ ਆਦਤ ਬਣਦੀ ਹੈ। ਜਿਵੇਂ ਕਿ ਕਿਸੇ ਦੇ ਨੂੰ ਕੋਈ ਫੁਰਨਾ ਆਉਂਦਾ ਹੈ, ਕਿਉਂ ਨਾ ਆਹ ਜਿਹੜੀ ਚੀਜ਼ ਹੈ ਚੋਰੀ ਕਰ ਲਈ ਜਾਵੇ, ਤੇ ਜਦੋਂ ਉਹ ਜਿਹੜਾ ਫੁਰਨਾ ਹੈ ਉਹਨੂੰ ਅਸਲੀ ਜਿਹੜਾ ਹੈ ਫਿਜ਼ੀਕਲ ਰੂਪ ਦਿੰਦਾ ਹੈ ਤਾਂ ਉਹ ਚੋਰੀ ਕਰਦਾ ਹੈ ਤੇ ਮੁੜ ਮੁੜ ਕੇ ਉਸ ਜਿਹੜੇ ਹੈਗੇ ਆ ਉਹਨੂੰ ਜਿਹੜੀ ਕਰਮ ਜਿਹੜਾ ਹੈ ਕੀਤਾ ਅਸੀਂ ਚੰਗਾ ਜਾਂ ਮਾੜਾ, ਉਹ ਆਦਤ ਸਾਡੀ ਬਣ ਜਾਂਦਾ ਹੈ। ਤੇ ਆਦਤ ਜਿਹੜੀ ਹੈ ਉਸ ਨੂੰ ਮੁੜ ਮੁੜ ਕੇ ਜਦੋਂ ਰਿਪੀਟ ਕਰਦੇ ਹਾਂ, ਦੁਹਰਾਉਂਦੇ ਹਾਂ, ਤਾਂ ਉਹ ਸਾਡਾ ਸੁਭਾਅ ਬਣ ਜਾਂਦਾ ਹੈ। ਕਹਿੰਦੇ ਨੇ ਕਿ ਜਦੋਂ ਇਨਸਾਨ ਦਾ ਸੁਭਾਅ ਕਿਸੇ ਚੀਜ਼ ਦਾ ਬਣ ਜਾਵੇ ਉਹਨੂੰ ਬਦਲਣਾ ਬੜਾ ਹੀ ਮੁਸ਼ਕਲ ਹੈ। ਇਸ ਨੂੰ ਇਨਸਾਨ ਦਾ ਬਾਹਰਮੁਖੀ ਮਨ ਕਹਿੰਦੇ ਨੇ, ਜਿਸ ਨੂੰ ਬਾਣੀ ਨੇ ਦੁਰਕਾਰਿਆ ਹੈ। ਅੰਧਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ। ਤੇ ਇਸੇ ਤਰ੍ਹਾਂ ਸੁਣ ਮਨ ਅੰਧੇ ਕੁੱਤੇ ਕੂੜਿਆਰ, ਇਹ ਜਿਹੜਾ ਮਨ ਜਿਹੜਾ ਹੈ ਇਸ ਪਾਰਟ ਨੂੰ ਜਿਹੜਾ ਹੈ ਸਤਿਗੁਰੂ ਜੀ ਨੇ ਦੁਰਕਾਰਿਆ ਹੈ। ਜਿਹੜਾ ਬਾਹਰਮੁਖੀ ਮਨ ਜਿਹੜਾ ਬਣਦਾ ਹੈ ਇਨਸਾਨ, ਜਿਹੜਾ ਜੀਵ ਦਾ ਮਨ ਆਦ੍ਰਿਸ਼ਟ ਰੂਪ ਦੇ ਵਿੱਚ ਬੜਾ ਹੀ ਵਿਸ਼ਾਲ ਤੇ ਸ਼ਕਤੀਸ਼ਾਲੀ ਹੈ। ਬਾਹਰਮੁਖੀ ਮਨ ਦਾ ਸਭ ਤੋਂ ਹੇਠਲਾ ਹਿੱਸਾ ਹੁੰਦਾ ਹੈ। ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੇ ਹਉਮੈ ਦੇ ਤ੍ਰਿਸ਼ਨਾਲੂ ਫੁਰਨਿਆਂ ਦਾ ਆਦ੍ਰਿਸ਼ਟ ਵਜੂਦ ਹੈ। ਸੋ ਐਸਾ ਜਿਹੜਾ ਹੈ ਮਿਕਸਚਰ ਹੈ ਐਸੇ ਫੁਰਨਿਆਂ ਦਾ, ਤ੍ਰਿਸ਼ਨਾ ਦਾ ਜਿਹੜੇ ਦਿਸਦੇ ਨਹੀਂ, ਇਹ ਭੂਤ ਕਾਲ ਭਾਵ ਕਿ ਪਾਸਟ ਦੇ ਵਿੱਚ ਹੋਏ ਦੁਨਿਆਵੀ ਕਰਮਾਂ ਦੀ ਖੁਸ਼ੀ ਗਮੀ ਦੀਆਂ ਯਾਦਾਂ ਵਿੱਚ ਉਲਝਿਆ ਰਹਿੰਦਾ ਹੈ, ਜਾਂ ਭਵਿੱਖ ਫਿਊਚਰ ਦੇ ਵਿੱਚ ਆਪਣੀਆਂ ਇੱਛਾਵਾਂ ਅਥਵਾ ਤ੍ਰਿਸ਼ਨਾ ਦੀ ਪੂਰਤੀ ਲਈ ਚਿੰਤਾ ਦੇ ਵਿੱਚ ਗੁਲਤਾਨ ਰਹਿੰਦਾ ਹੈ। ਸੋ ਇਹ ਜਿਹੜਾ ਆਦ੍ਰਿਸ਼ਟ ਜਿਹੜੇ ਹੈ ਉਹਦੇ ਫੁਰਨੇ ਨੇ, ਜਿਹੜੀਆਂ ਚਾਹੇ ਤਾਂ ਉਹ ਪੁਰਾਣੀਆਂ ਯਾਦਾਂ ਨੇ, ਚਾਹੇ ਆਉਣ ਵਾਲੀ ਭਵਿੱਖ ਦੀ ਚਿੰਤਾ ਹੈ, ਉਹਦੇ ਵਿੱਚ ਹੀ ਇਹ ਜਿਹੜਾ ਹੈ ਮਨ ਜਿਹੜਾ ਲੱਗਾ ਰਹਿੰਦਾ ਹੈ। ਤੇ ਅੰਤਰਮੁਖੀ ਮਨ ਦਾ ਸਭ ਤੋਂ ਉੱਚਾ ਤੇ ਸ੍ਰੇਸ਼ਟ ਹਿੱਸਾ ਹੈ। ਬੁੱਧ ਦਾ ਪ੍ਰਕਾਸ਼ ਰੂਪ ਹੈ, ਜਿੱਥੇ ਜੀਵ ਨੂੰ ਸ਼ੁਭ ਕਰਮ ਕਰਨ ਤੇ ਪ੍ਰਭੂ ਮਿਲਾਪ ਦੇ ਲਈ ਨਾਮ ਬਾਣੀ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ। ਤੇ ਮਨ ਸ਼ੁਭ ਕਰਮ ਕਰਕੇ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਹੈ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਇੱਥੇ ਅਸੀਂ ਸਮਝਿਆ ਹੈ ਕਿ ਇੱਕ ਬਾਹਰਮੁਖੀ ਮਨ ਹੈ, ਇੱਕ ਅੰਤਰਮੁਖੀ ਮਨ ਹੈ।
ਜਿਹੜਾ ਅੰਤਰਮੁਖੀ ਮਨ ਹੈ ਉਹ ਉੱਚਾ ਤੇ ਸ੍ਰੇਸ਼ਟ ਹਿੱਸਾ ਹੈ, ਤੇ ਜਿਹੜਾ ਬਾਹਰਮੁਖੀ ਮਨ ਹੈ ਉਹ ਸਭ ਤੋਂ ਹੇਠਲਾ ਹਿੱਸਾ ਹੈ, ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਆਉਂਦੇ ਨੇ। ਤੇ ਦੂਜੇ ਪਾਸੇ ਜਿਹੜਾ ਹੈ ਮਨ ਦਾ ਦੂਸਰਾ ਹਿੱਸਾ ਸਾਰਿਆਂ ਤੋਂ ਉੱਚਾ ਹੈ। ਉੱਥੇ ਬੁੱਧ ਦਾ ਪ੍ਰਕਾਸ਼ ਹੈ, ਜਿੱਥੇ ਜੀਵ ਨੂੰ ਸ਼ੁਭ ਕਰਮ ਕਰਨ ਤੇ ਪ੍ਰਮਾਤਮਾ ਦੇ ਨਾਲ ਮਿਲਾਪ ਦੇ ਲਈ ਜਿਹੜੇ ਗੁਰਬਾਣੀ ਦਾ ਸਿਮਰਨ ਕਰਨ ਦੀ ਪ੍ਰੇਰਨਾ ਮਿਲਦੀ ਹੈ। ਸੋ ਸਤਿਗੁਰੂ ਜੀ ਨੇ ਇਹਨਾਂ ਦੋਹੀਂ ਤਰ੍ਹਾਂ ਦੇ ਜਿਹੜੇ ਹਿੱਸੇ ਨੇ ਉਹਨਾਂ ਨੂੰ ਜਿਹੜਾ ਹੈ ਦੱਸਿਆ ਹੈ, ਉਹਨਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਸੰਬੋਧਨ ਵੀ ਕੀਤਾ ਹੈ ਗੁਰਬਾਣੀ ਦੇ ਵਿੱਚ। ਜਿਵੇਂ ਕਿ ਜਿਹੜਾ ਉੱਚਾ ਪਾਸਾ ਹੈ, ਅੰਤਰਮੁਖੀ ਮਨ ਹੈ, ਉਹਨੂੰ ਸਮਝਾਇਆ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਮਨ, ਤੂੰ ਉਸ ਪ੍ਰਭੂ ਦੀ ਜੋਤ ਦਾ ਸਰੂਪ ਹੈ ਤੇ ਉਸ ਤੋਂ ਵਿਛੜ ਕੇ ਵਿਸ਼ੇ ਵਿਕਾਰਾਂ ਵਿੱਚ ਪੈ ਗਿਆ ਹੈ। ਹੁਣ ਤੂੰ ਮੁੜ ਪ੍ਰਭੂ ਦਾ ਨਾਮ ਜਪ ਕੇ ਉਸ ਵਿੱਚ ਲੀਨ ਹੋ ਜਾ। ਮਨ ਦੀ ਰੁਚੀ, ਜਿਹਨੂੰ ਕਿ ਸੁਰਤ ਵੀ ਕਹਿੰਦੇ ਨੇ, ਜਦੋਂ ਮਨ ਦੇ ਹੇਠਲੇ ਹਿੱਸੇ ਦੇ ਅਧੀਨ ਹੋ ਕੇ ਬਾਹਰਮੁਖੀ ਹੋ ਜਾਂਦੀ ਹੈ ਤਾਂ ਉਹ ਵਿਸ਼ੇ ਵਿਕਾਰਾਂ ਤੇ ਰਸਾਂ ਕਸਾਂ ਨੂੰ ਹਾਸਲ ਕਰਨ ਦੇ ਵਿੱਚ ਹੀ ਖਚਿਤ ਰਹਿੰਦੀ ਹੈ। ਇਹੋ ਹੀ ਰੁਚੀ ਜਦੋਂ ਬੁੱਧੀ ਦੇ ਅਧੀਨ ਹੋ ਕੇ ਅੰਤਰਮੁਖੀ ਹੁੰਦੀ ਹੈ ਤਾਂ ਆਪਣੇ ਅਸਲੇ ਅਥਵਾ ਨਿਜ ਸਰੂਪ ਆਤਮਾ ਦੀ ਪ੍ਰਾਪਤੀ ਲਈ ਤਤਪਰ ਹੋ ਜਾਂਦੀ ਹੈ, ਜਿਸ ਨਾਲ ਮਨ ਨਾਮ, ਬਾਣੀ, ਸਿਮਰਨ ਤੇ ਸੇਵਾ ਕਰਕੇ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ ਗੁਣਾਂ ਦੇ ਭੰਡਾਰ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਹੈ। ਸੋ ਸੁਰਤ ਦੇ ਬਾਰੇ ਅਸੀਂ ਜਾਣਿਆ ਹੈ ਕਿ ਕਿਵੇਂ ਜਿਹੜੀ ਹੈ ਇਹ ਜਿਹੜੀ ਮਨ ਦੀ ਰੁਚੀ ਆ, ਕਹਿੰਦੇ ਨਹੀਂ ਹੁੰਦੇ ਇਹਦਾ ਮਨ ਦੀ ਰੁਚੀ ਇਹ ਖੇਡਾਂ ਦੇ ਵਿੱਚ ਬਹੁਤ ਆ ਜਾਂ ਪੜ੍ਹਨੇ ਵਿੱਚ ਬਹੁਤ ਆ। ਸੋ ਉਹ ਚੀਜ਼ ਦੀ ਗੱਲ ਕਰ ਰਹੇ ਨੇ ਮੇਰੇ ਖਿਆਲ ਦੇ ਵਿੱਚ। ਤੇ ਮਨ ਦੀਆਂ ਵਾਸ਼ਨਾਵਾਂ ਦੇ ਅਧੀਨ ਹੀ ਮਨੁੱਖ ਦੀ ਮਾਨਸਿਕ ਅਵਸਥਾ ਬਣਦੀ ਹੈ ਤੇ ਬਦਲਦੀ ਹੈ। ਮਨੁੱਖ ਮਾਇਆ ਦੇ ਤਿੰਨੇ ਗੁਣਾਂ ਤਮੋ, ਰਜੋ ਤੇ ਸਤੋ ਦੇ ਅਧੀਨ ਵਿਸ਼ੇ ਵਿਕਾਰਾਂ ਰੂਪੀ ਫਲ ਭੋਗਦਾ ਹੈ ਤੇ ਉਸ ਅਨੁਸਾਰ ਕਦੇ ਚੰਗੀ ਤੇ ਕਦੇ ਮਾੜੀ ਅਵਸਥਾ ਦਾ ਭਾਗੀ ਬਣਦਾ ਹੈ। ਉਸ ਨੂੰ ਨਰਕ ਸੁਰਗ ਦੇ ਦੁੱਖਾਂ ਸੁੱਖਾਂ ਦੀ ਹੀ ਭਟਕਣਾ ਲੱਗੀ ਰਹਿੰਦੀ ਹੈ। ਤ੍ਰਿਤੀਆ ਤ੍ਰੈ ਗੁਣ ਵਿਖੈ ਫਲ, ਕਬ ਉੱਤਮ ਕਬ ਨੀਚ, ਨਰਕ ਸੁਰਗ ਭ੍ਰਮ ਤਉ ਘਣੋ, ਸਦਾ ਸੰਘਾਰੈ ਮੀਚ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 297 ਅੰਗ। ਮਨ ਦੇ ਸਭ ਤੋਂ ਹੇਠਲੇ ਹਿੱਸੇ ਦੇ ਅਧੀਨ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਅੰਨਾ ਹੋਇਆ ਖਚਿਤ ਰਹਿੰਦਾ ਹੈ। ਇਸ ਮਨੁੱਖ ਦੀ ਅਵਸਥਾ ਤਮੋ ਗੁਣੀ ਹੁੰਦੀ ਹੈ ਤੇ ਇਸ ਨੂੰ ਮਨਮੁਖ ਕਹਿੰਦੇ ਨੇ। ਕੁਝ ਮਨੁੱਖ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਉਤਲੇ ਤੇ ਹੇਠਲੇ ਹਿੱਸੇ ਦੀ ਖਿੱਚੋਤਾਣ ਦੇ ਵਿੱਚ ਉਹਨਾਂ ਦਾ ਮਨ ਪਿਆ ਰਹਿੰਦਾ ਹੈ। ਬੁੱਧ ਇਹਨਾਂ ਨੂੰ ਪ੍ਰਭੂ ਮਿਲਾਪ ਦੇ ਮਾਰਗ ਦੇ ਲਈ ਪ੍ਰੇਰਦੀ ਹੈ, ਪਰ ਵਿਸ਼ੇ ਵਿਕਾਰਾਂ ਵਾਲਾ ਹੇਠਲਾ ਹਿੱਸਾ ਇਹਨਾਂ ਨੂੰ ਦ੍ਰਿਸ਼ਟਮਾਨ ਵੱਲ ਖਿੱਚਦਾ ਹੈ। ਅਜਿਹੇ ਮਨੁੱਖ ਰਜੋਗੁਣੀ ਹੁੰਦੇ ਨੇ। ਇਹਨਾਂ ਮਨੁੱਖਾਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਤਮੋ ਗੁਣ ਵੀ ਹੁੰਦੇ ਨੇ ਤੇ ਸਤੋਗੁਣੀ ਬਿਰਤੀ ਵੀ ਹੁੰਦੀ ਹੈ। ਸਤੋਗੁਣੀ ਬਿਰਤੀ ਦੇ ਵਿੱਚ ਬਿਰਤੀ ਇਹਨਾਂ ਨੂੰ ਚੰਗੇ ਪਾਸੇ ਲੈ ਜਾਂਦੀ ਹੈ, ਜਦੋਂ ਕਿ ਤਮੋਗੁਣੀ ਬਿਰਤੀ ਇਹਨਾਂ ਨੂੰ ਅਵਗੁਣਾਂ ਵੱਲ ਪ੍ਰੇਰਦੀ ਹੈ। ਕਈ ਮਨੁੱਖਾਂ ਨੇ ਆਪਣੇ ਮਨ ਨੂੰ ਸੋਧ ਕੇ ਵਿਸ਼ੇ ਵਿਕਾਰਾਂ ਦੀਆਂ ਇੰਦਰੀਆਂ ਤੇ ਕਾਬੂ ਪਾ ਕੇ ਮਨ ਦੀ ਰੁਚੀ ਨੂੰ, ਜਿਹੜੀ ਸੁਰਤ ਹੈ ਉਹਨੂੰ ਕਹਿੰਦੇ ਆ, ਉਸ ਨੂੰ ਪ੍ਰਭੂ ਭਗਤੀ ਵੱਲ ਲਾਇਆ ਹੁੰਦਾ ਹੈ। ਇਹਨਾਂ ਗੁਰਸਿੱਖਾਂ ਦੀ ਅਵਸਥਾ ਸਤੋਗੁਣੀ ਕਹੀ ਜਾਂਦੀ ਹੈ। ਕੁਝ ਹੀ ਗੁਰਸਿੱਖ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਮਾਇਆ ਭਾਵ ਕਿ ਤ੍ਰਿਸ਼ਨਾ ਦਾ ਭਰਮ ਟੁੱਟ ਜਾਂਦਾ ਹੈ। ਉਹ ਪ੍ਰਭੂ ਪ੍ਰੇਮ ਦੀ ਧੁਨ ਦੇ ਵਿੱਚ ਨਿਰੰਕਾਰ ਦੇ ਦੇਸ਼ ਵੱਲ ਉਤਸ਼ਾਹ ਦੇ ਨਾਲ ਚੜ੍ਹਦੇ ਨੇ। ਇਹਨਾਂ ਦੀ ਅਵਸਥਾ ਤਿੰਨੇ ਗੁਣਾਂ ਤਮੋ, ਰਜੋ ਤੇ ਸਤੋ ਤੋਂ ਉੱਪਰ ਬੁੱਧੀ ਦੀ ਹੁੰਦੀ ਹੈ। ਬਿਰਲੇ ਹੀ ਗੁਰਮੁਖ ਪਿਆਰੇ ਹੁੰਦੇ ਨੇ ਜੋ ਮਨ ਦੀ ਹਉਮੈ ਨੂੰ ਉੱਕਾ ਹੀ ਮਾਰ ਦੇ ਕੇ ਆਪਣੀ ਸੁਰਤ ਭਾਵ ਕੇ ਰੁਚੀ ਨੂੰ ਨਾਮ ਅਭਿਆਸ ਰਾਹੀਂ ਅੰਤਰਾਤਮੇ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਉਸ ਦੀ ਜੋਤ ਦੇ ਵਿੱਚ ਲੀਨ ਕਰ ਲੈਂਦੇ ਨੇ ਤੇ ਆਤਮ ਪਦ ਪ੍ਰਾਪਤ ਕਰ ਲੈਂਦੇ ਨੇ। ਜਿਉਂ-ਜਿਉਂ ਨਾਮ ਬਾਣੀ ਦੇ ਨਾਲ ਮਨੁੱਖ ਦਾ ਮਨ ਸਾਫ਼ ਹੁੰਦਾ ਹੈ, ਤਿਉਂ-ਤਿਉਂ ਉਹ ਪ੍ਰਭੂ ਅਥਵਾ ਆਤਮ ਦੇਵ ਦੇ ਨੇੜੇ ਜਾਂਦਾ ਹੈ
ਤੇ ਉਸ ਦੀ ਚੇਤਨ ਸ਼ਕਤੀ ਵੱਧਦੀ ਹੈ। ਜਿਉਂ-ਜਿਉਂ ਮਨੁੱਖ ਆਤਮਦਰਸ਼ੀ ਬ੍ਰਹਮ ਗਿਆਨੀ ਹੁੰਦਾ ਹੈ, ਉਸ ਦੀ ਚੇਤਨ ਸ਼ਕਤੀ ਸਰਵਵਿਆਪੀ ਹੋ ਜਾਂਦੀ ਹੈ। ਜੀਵ ਦੀ ਸੁਰਤ ਦੇ ਅੰਦਰਮੁਖੀ ਤੇ ਬਾਹਰਮੁਖੀ ਪ੍ਰਭਾਵ ਦੇ ਦੋ ਮੁੱਖ ਕਾਰਨ ਨੇ। ਪਿਛਲੇ ਜਨਮਾਂ ਦੇ ਕੀਤੇ ਸ਼ੁਭ ਜਾਂ ਅਸ਼ੁਭ ਕਰਮਾਂ ਦੀ ਕਮਾਈ ਤੇ ਜੀਵਨ ਦੇ ਵਿੱਚ ਸੰਗਤ ਤੇ ਕੁਸੰਗਤ ਕਰਨ ਦਾ ਅਸਰ। ਹੁਣ ਕੁਝ ਤਾਂ ਹੈ ਜਿਹੜਾ ਅਸੀਂ ਪਿਛਲੇ ਜਨਮਾਂ ਤੋਂ ਲੈ ਕੇ ਆਏ ਹਾਂ, ਤੇ ਕੁਝ ਜਿਹੜਾ ਹੈ ਜਿਹੜੇ ਉਹਦੇ ਪ੍ਰਭਾਵ ਨੇ, ਅਸੀਂ ਇਸ ਵੇਲੇ ਕੀ ਕਰ ਰਹੇ ਹਾਂ, ਸ਼ੁਭ ਜਾਂ ਅਸ਼ੁਭ ਕਰਮ ਅਸੀਂ ਕੀਤੇ ਹੋਏ ਨੇ ਉਹਦੇ ਹਿਸਾਬ ਦੇ ਨਾਲ। ਤਾਂ ਦੂਸਰਾ, ਅਸੀਂ ਸੰਗਤ ਦੇ ਵਿੱਚ ਹਾਂ ਜਾਂ ਕੁਸੰਗਤ ਦੇ ਵਿੱਚ। ਇਹ ਦੋਹੇ ਚੀਜ਼ਾਂ ਜਿਹੜੀਆਂ ਨੇ ਸਾਡੇ ਜੀਵਨ ਦੇ ਉੱਤੇ ਜਿਹੜਾ ਹੈ ਅਸਰ ਪਾਉਂਦੀਆਂ ਨੇ। ਜੇ ਪਿਛਲੇ ਜਨਮਾਂ ਦੇ ਚੰਗੇ ਕਰਮ ਹੁੰਦਿਆਂ ਹੋਇਆਂ ਵੀ ਮਨੁੱਖ ਨੇ ਕੁਸੰਗਤ ਕਰ ਲਈ ਤਾਂ ਉਹਦੇ ਸਾਰੇ ਗੁਣ ਗਲ ਜਾਂਦੇ ਨੇ। ਫਿਰ ਉਸ ਦੇ ਮਨ ਦੇ ਅਧੀਨ ਆਵਾਗਮਨ ਦੇ ਗੇੜ ਵਿੱਚ ਪੈ ਜਾਂਦਾ ਹੈ। ਪਰ ਜੇਕਰ ਉਸਦੇ ਪਿਛਲੇ ਜਨਮਾਂ ਦੇ ਸ਼ੁਭ ਕਰਮਾਂ ਦੀ ਕਮਾਈ ਦੇ ਨਾਲ ਨਾਲ ਸੰਗਤ ਵੀ ਕਰੀ ਜਾਂਦਾ ਹੈ, ਚੰਗੀ ਸੰਗਤ ਕਰਦਾ ਹੈ, ਤਾਂ ਸੁਤੇ ਸਿੱਧ ਹੀ ਪ੍ਰਭੂ ਪ੍ਰਾਪਤੀ ਦੀ ਉੱਚੀ ਅਵਸਥਾ ਵਿੱਚ ਪੁੱਜ ਜਾਂਦਾ ਹੈ। ਇਸ ਤਰ੍ਹਾਂ ਹੀ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਦੀ ਕਮਾਈ ਵਾਲਾ ਮਨੁੱਖ ਜੇ ਕੁਸੰਗਤ ਵਿੱਚ ਫਸਦਾ ਹੈ ਤਾਂ ਆਪਣੇ ਸਿਰ ਪਾਪਾਂ ਦੀ ਪੰਡ ਧਰ ਕੇ ਆਵਾਗਮਨ ਦੀਆਂ ਹੇਠਲੀਆਂ ਜੂਨਾਂ ਵਿੱਚ ਭਟਕਦਾ ਹੈ। ਸੋ ਪਸ਼ੂਆਂ ਦੀਆਂ ਜੂਨਾਂ, ਪਸ਼ੂਆਂ, ਪੰਛੀਆਂ, ਕੀੜਿਆਂ ਮਕੌੜਿਆਂ ਦੀਆਂ ਜੂਨਾਂ ਤੋਂ ਉਹ ਇਨਸਾਨ ਦੀ ਜੂਨ ਦੇ ਵਿੱਚ ਆਇਆ ਸੀ ਤੇ ਉਹਨੇ ਮਾੜੇ ਕਰਮ ਕੀਤੇ ਤੇ ਹੋਰ ਫਿਰ ਕੁਸੰਗਤ ਦੇ ਵਿੱਚ ਪੈ ਕੇ ਹੋਰ ਵੀ ਵਾਧੂ ਪਾਪ ਕੀਤੇ ਤਾਂ ਉਹ ਹੇਠਲੀਆਂ ਜੂਨਾਂ ਦੇ ਵਿੱਚ ਵੀ ਭਟਕਦਾ ਰਹਿੰਦਾ ਹੈ ਫਿਰ। ਪਰੰਤੂ ਇਹੋ ਹੀ ਮਨੁੱਖ ਜੇ ਚੰਗੀ ਸੰਗਤ ਕਰਨ ਲੱਗ ਪਵੇ ਤਾਂ ਗੁਰੂ ਉਪਦੇਸ਼ ਕਮਾਉਣ ਲੱਗ ਪਵੇ ਤਾਂ ਉਸ ਦੇ ਸਾਰੇ ਮੰਦੇ ਕਰਮਾਂ ਦੇ ਔਗਣ ਗਲ ਜਾਂਦੇ ਨੇ ਤੇ ਉਹ ਪ੍ਰਭੂ ਭਗਤੀ ਦੇ ਮਾਰਗ ਤੇ ਹੋਰ ਵੀ ਵੱਧ ਉਤਸ਼ਾਹ ਦੇ ਨਾਲ ਚੱਲਦਾ ਹੈ। ਸੋ ਹੁਣ ਅਸੀਂ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਇਹਨਾਂ ਵਿਚਾਰਾਂ ਨੂੰ ਅੱਗੇ ਵਧਾਵਾਂਗੇ ਜਿਤਨਾ ਸਮਾਂ ਹੋਇਆ। ਭਜ ਮਨ ਮੇਰੇ ਏਕੋ ਨਾ, ਭਜ ਮਨ ਮੇਰੇ ਏਕੋ ਨਾ, ਜੀ ਤੇਰੇ ਕਹਿ ਆਵੈ ਕਾਂ, ਜੀ ਤੇਰੇ ਕਹਿ ਆਵੈ ਕਾਂ। ਭਜ ਮਨ ਮੇਰੇ ਏਕੋ ਨਾ, ਭਜ ਮਨ ਮੇਰੇ ਏਕੋ ਨਾ। ਹਰਿ ਸਿਮਰਤ ਤੇਰੀ ਜਾਏ ਬੁਲਾਏ, ਹਰਿ ਸਿਮਰਤ ਤੇਰੀ ਜਾਏ ਬੁਲਾਏ। ਸਰਬ ਕਲਿਆਣ ਵਸੇ ਮਨ ਆਏ, ਸਰਬ ਕਲਿਆਣ
ਸਾਗਰ ਤੇਈ ਜਲ ਤਾਰੇ ਵਿਕਰਮ ਸਾਗਰ ਤੇਈ ਜਲ ਤਾਰੇ ਨਾਨਕ ਜਾਪੋ ਨਦਰ ਨਾਨਕ ਜਾਪੋ ਨਦਰ ਕਰੇ ਨਾਨਕ ਜਾਪੋ ਨਾਨਕ ਜਾਪੋ ਨਦਰ ਕਰੇ ਭਜ ਮਨ ਮੇਰੇ ਏਕੋ ਨਾਮ 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 ਜੀ ਤੇਰੇ ਕੇ ਆਵੇਗਾ ਜੀ ਤੇਰੇ ਕੇ ਆਵੇਗਾ ਭਜ ਮਨ ਮੇਰੇ ਏਕੋ ਨਾਮ 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 ਹਾਂਜੀ, ਇਹ ਸਨ ਸੰਤ ਅਨੂਪ ਸਿੰਘ ਜੀ। ਉਹਨਾਂ ਸਾਹਿਬਾਂ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ। ਸਮਾਂ ਹੋਰ ਵਿਚਾਰਾਂ ਲਈ ਇਜਾਜ਼ਤ ਨਹੀਂ ਦਿੰਦਾ ਤੇ ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈਂਦੇ ਹਾਂ। ਤੇ ਜਿਹੜੀਆਂ ਵਿਚਾਰਾਂ ਮਨ ਦੇ ਨਾਲ ਸੰਬੰਧਿਤ, ਸੁਰਤ ਦੇ ਨਾਲ ਸੰਬੰਧਿਤ ਅਸੀਂ ਕਰ ਰਹੇ ਸੀ, ਉਹਨਾਂ ਨੂੰ ਅੱਗੇ ਜਿੱਥੋਂ ਅਸੀਂ ਛੱਡਿਆ ਹੈ ਇੱਥੋਂ ਹੀ ਅਗਲੇ ਹਫ਼ਤੇ ਵਧਾਵਾਂਗੇ, ਵਾਹਿਗੁਰੂ ਨੇ ਅਗਰ ਸਵਾਸ ਬਖਸ਼ੇ ਤਾਂ। ਤੇ ਅਗਰ ਆਪ ਜੀ ਨੇ ਪਿਛਲਾ ਪ੍ਰੋਗਰਾਮ ਮਿਸ ਕੀਤਾ ਹੋਵੇ ਤਾਂ ਤੁਸੀਂ YouTube ਦੇ ਉੱਤੇ ਜਿਹੜਾ ਸਿੱਖ ਵਿਰਸਾ ਪ੍ਰੋਗਰਾਮ ਦੇ ਵਿੱਚ ਸਰਚ ਕਰਕੇ ਅੱਜ ਦੀ ਤਰੀਕ ਦੇ ਵਿੱਚ ਤੇ ਤੁਸੀਂ ਪ੍ਰੋਗਰਾਮ ਦੁਬਾਰਾ ਸੁਣ ਸਕਦੇ ਹਾਂ। ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਅਸੀਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅਗਲਾ ਜਿਹੜਾ ਸ਼ਬਦ ਹੈ ਜਿਸ ਨੂੰ ਗਾਇਨ ਕੀਤਾ ਹੈ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾ ਵਾਲਿਆਂ ਨੇ, ਉਸ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਤੇ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਪਾਰ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਪਾਲ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ ਬਾਹਰ ਵਸਤ ਨਾ ਪਾਲ ਅੰਤਰ ਤੇਰੇ ਨਿਦਾਨ ਹੈ
ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨ ਮੁਖ ਅੰਦਲੇ ਗਿਆਨ ਵਿਹੂਣੇ ਦੂਜੇ ਪਾਏ ਖੁਆਈ ਮਨ ਮੁਖ ਅੰਦਲੇ ਗਿਆਨ ਵਿਹੂਣੇ ਦੂਜੇ ਪਾਏ ਖੁਆਈ ਮਨ ਮੇਰੇ ਬਿਨ ਨਾਵੈ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਬਿਨ ਨਾਵੈ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰੇ ਨਿਦਾਨ ਹੈ ਤੂੰ ਬਾਹਰ ਵਸਤ ਨ ਪਾਲ ਨਾਨਕ ਅੰਤਰ ਤੇਰੇ ਨਿਦਾਨ ਹੈ ਤੂੰ ਬਾਹਰ ਵਸਤ ਨ ਪਾਲ ਨਦਰ ਨਿਹਾਲ ਜੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਮਨ ਮੇਰਿਆ ਅੰਤਰ सब सुख दाता राम है, दूसर नाहिन को।
घट घट में हर जू बसै, संतन कहो पुकार। कहो नानक तेह भज मना, पौनिद उतरै पार। सुख दुख जह पर सै नहीं, लोभ मोह अभिमान। कहो नानक सुन रे मना, सो मूरत भगवान। उस्तत निंदया नाहि जह, कंचन लोह समान। कहो नानक सुन रे मना, मुक्त ताहे तै जान। हरख सोग जाकै नहीं,